ਮਿਤੀ 29 ਅਪ੍ਰੈਲ 2020 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਜਿਹੜੇ ਵੀ ਸੈਂਪਲ ਲਏ ਗਏ ਨੇ ਉਹਨਾਂ ਦੇ ਵਿੱਚੋਂ 1907 ਸੈਂਪਲ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ। 32 ਸੈਂਪਲ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ, ਜਿਹਦੇ ਵਿੱਚੋਂ 29 ਸੈਂਪਲ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਨੇ ਤੇ 3 ਸੈਂਪਲ ਜਿਹੜੇ ਹੈਗੇ ਉਹ ਬਾਹਰਲੇ ਡਿਸਟ੍ਰਿਕਟਾਂ ਨਾਲ ਸੰਬੰਧਿਤ ਸੀਗੇ। 8 ਪੇਸ਼ੈਂਟ ਜਿਹੜੇ ਹੈਗੇ ਉਹ ਹੁਣ ਤੱਕ ਕਿਉਰਡ ਡਿਕਲੇਅਰ ਕੀਤੇ ਜਾ ਚੁੱਕੇ ਨੇ। 6 ਉਹਨਾਂ ਵਿੱਚੋਂ ਜ਼ਿਲ੍ਹਾ ਲੁਧਿਆਣਾ ਦੇ ਤੇ 2 ਬਾਹਰਲੇ ਜ਼ਿਲ੍ਹਿਆਂ ਦੇ ਹੈਗੇ। 5 ਡੈਥ ਜਿਹੜੀਆਂ ਹੈਗੀਆਂ ਉਹ ਰਿਪੋਰਟ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 4 ਜ਼ਿਲ੍ਹਾ ਲੁਧਿਆਣਾ ਦੀ ਤੇ 1 ਕੇਸ ਜਿਹੜਾ ਹੈਗਾ ਉਹ ਬਾਹਰਲੇ ਜ਼ਿਲ੍ਹੇ ਦਾ ਸੀਗਾ। ਤਾਂ ਹੁਣ ਟੋਟਲ ਐਕਟਿਵ ਕੇਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ 19 ਹਨ ਔਰ ਇਹ ਸਾਰੇ ਕੇ ਸਾਰੇ 19 ਕੇਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਦੇ ਨਾਲ ਸੰਬੰਧਿਤ ਨੇ। ਪਿਛਲੇ 24 ਘੰਟਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਕ ਕੇਸ ਜਿਹੜਾ ਹੈਗਾ ਜਿਹੜਾ ਕਿ ਸਾਡੇ ਜਿਹੜੇ ACP ਸਾਹਿਬ ਸੀਗੇ ਉਹਨਾਂ ਦਾ ਜਿਹੜਾ ਡਰਾਈਵਰ ਸੀਗਾ ਉਹ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ ਸੀਗਾ ਤੇ ਆਪਣੀ ਟੈਸਟਿੰਗ ਤੋਂ ਬਾਅਦ ਉਹ ਫਿਰੋਜ਼ਪੁਰ ਦੇ ਵਿੱਚ ਹੀ ਐਡਮਿਟਡ ਸੀਗਾ ਔਰ ਉਹ ਪਿਛਲੇ 24 ਘੰਟਿਆਂ ਦੇ ਵਿੱਚ ਕਿਉਰਡ ਡਿਕਲੇਅਰ ਹੋਇਆ, ਜਿਹੜਾ ਕਿ ਮੈਂ ਅੱਜ ਕੱਲ੍ਹ ਦੇ ਨਾਲੋਂ ਇੱਕ ਜਿਹੜੀ ਫਿਗਰ ਵਧਾਈ ਹੈਗੀ ਉਹਦੀ ਫਿਗਰ ਹੈਗੀ ਜੋ ਕਿ ਕਿਉਰਡ ਡਿਕਲੇਅਰ ਹੋਇਆ ਹੈ। ਜਿਹੜੇ ਪੋਜ਼ਿਟਿਵ ਕੇਸਾਂ ਦੀ ਜਿੱਥੇ ਤੱਕ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੇ ਵਿੱਚ 11 ਕੇਸਿਸ ਜਿਹੜੇ ਹੈਗੇ ਉਹ ਪੋਜ਼ਿਟਿਵ ਕੋਵਿਡ ਪੋਜ਼ਿਟਿਵ ਜਿਹੜੇ ਹੈਗੇ ਉਹ ਡਿਕਲੇਅਰ ਹੋਏ ਨੇ। ਇਹ 11 ਕੇਸਿਸ ਜਿਹੜੇ ਹੈਗੇ ਉਹ ਬਾਹਰਲੇ ਰਾਜਾਂ ਤੋਂ ਜਿਹੜੇ ਅਸੀਂ ਬੰਦਿਆਂ ਨੂੰ ਵਾਪਸ ਬੁਲਾ ਰਹੇ ਹਾਂ, ਭਾਵੇਂ ਉਹ ਨਾਂਦੇੜ ਤੋਂ ਹੋਣ, ਭਾਵੇਂ ਰਾਜਸਥਾਨ ਦੇ ਕੋਟਾ 'ਚੋਂ ਹੋਣ ਜਾਂ ਹੋਰ ਵੀ ਸਟੇਟਾਂ ਤੋਂ ਜਿਹੜੇ ਬੰਦੇ ਪੰਜਾਬੀ ਵਾਪਸ ਆ ਰਹੇ ਨੇ। ਉਹਦੇ ਵਿੱਚੋਂ ਪਹਿਲਾਂ ਜਿਹੜੇ ਇੰਸਟਰਕਸ਼ਨ ਸੀਗੇ ਉਸ ਦੇ ਮੁਤਾਬਿਕ ਹੁਣ ਅਸੀਂ ਸਾਰਿਆਂ ਦੀ ਟੈਸਟਿੰਗ ਜਿਹੜੀ ਹੈਗੀ ਉਹ ਕਰਵਾ ਰਹੇ ਹਾਂ। ਟੈਸਟਿੰਗ ਕਰਵਾਉਣ ਤੋਂ ਬਾਅਦ 7 ਕੇਸਿਸ ਜਿਹੜੇ ਹੈਗੇ ਉਹ ਨਾਂਦੇੜ ਤੋਂ ਜਿਹੜੇ ਰਿਟਰਨ ਹੋ ਕੇ ਆਏ ਨੇ ਉਹਨਾਂ ਦੇ ਪੋਜ਼ਿਟਿਵ ਨਿਕਲੇ ਨੇ ਤੇ 4 ਕੇਸਿਸ ਜਿਹੜੇ ਹੈਗੇ ਕੋਟਾ 'ਚੋਂ ਜਿਹੜੇ ਬੱਚੇ ਆਪਣੇ ਵਾਪਸ ਆਏ ਨੇ ਉਹਨਾਂ ਦੇ ਕੇਸਿਸ ਜਿਹੜੇ ਹੈਗੇ ਉਹ ਪੋਜ਼ਿਟਿਵ ਨਿਕਲੇ ਨੇ। ਲੇਕਿਨ ਸਾਰੇ ਕੇ ਸਾਰੇ 11 ਦੇ ਜਿਹੜੇ ਬੰਦੇ ਹੈਗੇ ਸਾਰੇ ਕੇ ਸਾਰੇ ਅਸਿਮਪਟੋਮੈਟਿਕ ਨੇ ਤੇ ਕਿਸੇ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਰੋਨਾ ਦਾ ਲੱਛਣ ਜਾਂ ਕੋਈ ਵੀ ਸਿੰਪਟਮ ਜਿਹੜਾ ਹੈਗਾ ਉਹ ਵਿਜ਼ੀਬਲ ਨਹੀਂ ਹੈ। ਸਾਨੂੰ ਉਮੀਦ ਹੈ ਕਿ ਉਹ ਛੇਤੀ ਹੀ ਰਿਕਵਰ ਜਿਹੜਾ ਹੈਗਾ ਉਹ ਕਰ ਜਾਣਗੇ। ਕੁਛ ਅੱਜ ਗਵਰਨਮੈਂਟ ਵੱਲੋਂ ਰਿਲੈਕਸੇਸ਼ਨਸ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਗਈਆਂ ਹਨ। ਮੈਂ ਉਹ ਰਿਲੈਕਸੇਸ਼ਨਸ ਨੂੰ ਥੋੜ੍ਹਾ ਸਾ ਕਲੈਰੀਫਾਈ ਕਰਨਾ ਚਾਹਾਂਗਾ ਜਿਸ ਤੋਂ ਕਿ ਲੁਧਿਆਣਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਨਫਿਊਜ਼ਨ ਜਿਹੜੀ ਹੈਗੀ ਇਹਨਾਂ ਦੇ ਬਾਬਤ ਨਾ ਰਹੇ। ਤਾਂ ਅਸੀਂ ਸਭ ਤੋਂ ਪਹਿਲਾਂ ਗੱਲ ਕਰੀਏ ਇੰਡਸਟਰੀਜ਼ ਦੀ। ਤਾਂ ਇੰਡਸਟਰੀਜ਼ ਦੇ ਵਿੱਚ ਸਭ ਤੋਂ ਵੱਡੀ ਰਿਆਇਤ ਜਿਹੜੀ ਹੈਗੀ ਉਹ ਪੰਜਾਬ ਸਰਕਾਰ ਵੱਲੋਂ ਅੱਜ ਇਹ ਦਿੱਤੀ ਗਈ ਹੈ ਕਿ ਹੁਣ ਜੋ ਇੰਡਸਟਰੀਜ਼ ਦੀ ਕੰਡੀਸ਼ਨਸ ਹੈਗੀਆਂ ਜਾਂ ਜਿਹੜੀ ਕੰਡੀਸ਼ਨਸ ਦੇ ਉੱਤੇ ਇੰਡਸਟਰੀਜ਼ ਚੱਲ ਸਕਦੀਆਂ ਹਨ ਉਹ ਇੰਡਸਟਰੀਜ਼ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ। ਯਾਨੀ ਕਿ ਜੋ ਇੰਡਸਟਰੀਆਂ ਰੂਰਲ ਏਰੀਆ ਦੇ ਵਿੱਚ ਫਾਲ ਕਰਦੀਆਂ ਹਨ ਜਾਂ ਜਿਹੜੀਆਂ ਇੰਡਸਟਰੀਆਂ ਡੈਜ਼ਿਗਨੇਟਿਡ ਏਰੀਆ ਜਿਹੜੇ ਹੁੰਦੇ ਨੇ, ਫੋਰ ਐਗਜ਼ਾਮਪਲ ਫੋਕਲ ਪੁਆਇੰਟਸ ਹੋ ਗਏ, ਇੰਡਸਟਰੀਅਲ ਸਟੇਟਸ ਹੋ ਗਏ ਜਾਂ ਐਕਸਪੋਰਟ ਪ੍ਰਮੋਸ਼ਨ ਜ਼ੋਨਸ ਹੋ ਗਏ, ਸਪੈਸ਼ਲ ਇਕਨੋਮਿਕ ਜ਼ੋਨਸ ਹੋ ਗਏ, ਜਿਹੜੇ ਇਸ ਤਰ੍ਹਾਂ ਦੇ ਏਰੀਆਜ਼ ਡਿਕਲੇਅਰ ਡੈਜ਼ਿਗਨੇਟਿਡ ਏਰੀਆਜ਼ ਹੁੰਦੇ ਨੇ ਉਹਨਾਂ ਏਰੀਆ ਦੇ ਉੱਤੇ ਜਿਹੜੀਆਂ ਇੰਡਸਟਰੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਜੇ ਉਹ ਚਲਾਉਣਾ ਚਾਹੁੰਦੇ ਹਨ ਤਾਂ ਇੰਡਸਟਰੀ ਨੂੰ ਚਲਾਉਣ ਦੇ ਵਾਸਤੇ ਉਹਨਾਂ ਨੂੰ ਹੁਣ ਕੋਈ ਵੀ ਪਰਮਿਸ਼ਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਸਿਰਫ ਔਰ ਸਿਰਫ ਇੱਕੋ ਹੀ ਕੰਮ ਕਰਨਾ ਹੈਗਾ ਕਿ ਉਹਨਾਂ ਨੂੰ ਇੱਕ ਸੈਲਫ ਡਿਕਲੇਰੇਸ਼ਨ ਜਿਹੜਾ ਹੈਗਾ ਉਹ ਇੰਡਸਟਰੀ ਡਿਪਾਰਟਮੈਂਟ ਦੀ ਜਿਹੜੀ ਵੈਬਸਾਈਟ ਹੈਗੀ ਜਿਸ ਦੇ ਉੱਤੇ ਉਹ ਪਹਿਲਾਂ ਪਰਮਿਸ਼ਨ ਮੰਗ ਰਹੇ ਸੀਗੇ ਉਸ ਉੱਤੇ ਕੇਵਲ ਔਰ ਕੇਵਲ ਇੱਕ ਸੈਲਫ ਡਿਕਲੇਰੇਸ਼ਨ ਜਿਹੜਾ ਹੈਗਾ ਉਹ ਅਪਲੋਡ ਕਰਨਾ ਹੈਗਾ ਕਿ ਅਸੀਂ ਜਿਹੜੀਆਂ ਗਵਰਨਮੈਂਟ ਵੱਲੋਂ SOPs ਵਗੈਰਾ ਬਣਾਏ ਹੋਏ ਨੇ ਉਹਨਾਂ ਦੀ ਅਸੀਂ ਪਾਲਣਾ ਕਰ ਰਹੇ ਹਾਂ ਔਰ ਆਪਣੀ ਇੰਡਸਟਰੀ ਨੂੰ ਚਲਾ ਰਹੇ ਹਾਂ। ਤਾਂ ਉਹਨਾਂ ਨੂੰ ਇਸ ਦੇ ਬਾਬਤ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਦੀ ਜਿਹੜੀ ਹੈਗੀ ਉਹ ਲੋੜ ਨਹੀਂ ਹੈ। ਲੇਕਿਨ ਜਿਹੜੀ ਦੂਜੀ ਚੀਜ਼ ਹੈਗੀ ਕਿ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈਗੀ ਜਾਂ ਓਨਰਸ ਹੈਗੇ ਜਾਂ ਫਿਰ ਜਿਹੜੀ ਲੇਬਰ ਹੈਗੀ ਉਹਨਾਂ ਦੀ ਮੂਵਮੈਂਟ ਦਾ ਜਿੱਥੇ ਤੱਕ ਸਵਾਲ ਹੈਗਾ, ਕਿਉਂਕਿ ਉਹ ਜਿਹੜੀ ਲੇਬਰ ਹੈਗੀ ਜਾਂ ਮੈਨੇਜਮੈਂਟ ਦੇ ਬੰਦੇ ਹੈਗੇ ਜਾਂ ਓਨਰਸ ਵਗੈਰਾ ਹੈਗੇ ਉਹਨਾਂ ਨੂੰ ਆਉਣਾ ਜਾਣਾ ਪਊਗਾ, ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਪਊਗਾ। ਤਾਂ ਉਹਦੇ ਵਾਸਤੇ ਗਵਰਨਮੈਂਟ ਵੱਲੋਂ ਕੁਝ ਰੂਲਸ ਰੈਗੂਲੇਸ਼ਨਸ ਜਿਹੜੀਆਂ ਹੈਗੀਆਂ ਉਹ ਬਣਾਈਆਂ ਗਈਆਂ ਹਨ, ਉਹ ਮੈਂ ਕਲੈਰੀਫਾਈ ਕਰਨਾ ਚਾਹਾਂਗਾ। ਨੰਬਰ 1 ਤਾਂ ਜੇ ਕੋਈ ਇੰਡਸਟਰੀ ਆਪਣੇ ਇੰਡਸਟਰੀਅਲ ਏਰੀਆ ਦੇ ਵਿੱਚ ਹੀ ਲੇਬਰ ਨੂੰ ਕੁਆਰੰਟੀਨ ਕਰਕੇ ਰੱਖਣਾ ਚਾਹੁੰਦੀ ਹੈ ਤਾਂ ਵੈਲ ਐਂਡ ਗੁੱਡ, ਬਹੁਤ ਵਧੀਆ ਗੱਲ ਹੈ, ਉਹ ਇਹ ਕਰ ਸਕਦੇ ਨੇ ਜਿਸ ਤੋਂ ਕਿ ਲੇਬਰ ਦੀ ਮੂਵਮੈਂਟ ਵਾਸਤੇ ਉਹਨਾਂ ਨੂੰ ਕੁਝ ਵੀ ਫਿਰ ਪਰਮਿਸ਼ਨ ਦੀ ਲੋੜ ਨਹੀਂ ਪਵੇਗੀ। ਯਾਨੀ ਕਿ ਜੇ ਉਹਨਾਂ ਦੇ ਇੰਡਸਟਰੀਅਲ ਕੰਪਲੈਕਸ ਦੇ ਅੰਦਰ ਹੀ ਰੈਜ਼ੀਡੈਂਸ਼ੀਅਲ ਫੈਸਿਲਿਟੀ ਜਿਹੜੀਆਂ ਹੈਗੀਆਂ ਉਹ ਪ੍ਰੋਵਾਈਡ ਕੀਤੀਆਂ ਗਈਆਂ ਹਨ ਤਾਂ ਉਹ ਨੂੰ ਕਿਸੇ ਵੀ ਤਰ੍ਹਾਂ ਦੀ ਲੇਬਰ ਦੇ ਮੂਵਮੈਂਟ ਵਾਸਤੇ ਵੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ। ਜੇ ਉਹ ਇੰਡਸਟਰੀ ਵੱਲੋਂ ਆਪਣੀ ਲੇਬਰ ਦੇ ਵਾਸਤੇ ਕੋਈ ਟਰਾਂਸਪੋਰਟ ਫੈਸਿਲਿਟੀ ਵਗੈਰਾ ਅਵੇਲ ਕੀਤੀ ਜਾਂਦੀ ਹੈ, ਪ੍ਰੋਵਾਈਡ ਕੀਤੀ ਜਾਂਦੀ ਹੈ, ਯਾਨੀ ਕਿ ਆਪਣੀ ਲੇਬਰ ਨੂੰ ਲੈ ਕੇ ਜਾਣਾ ਹੈ, ਉਹਦੇ ਵਾਸਤੇ ਉਹਨਾਂ ਨੇ ਬੱਸ ਵਗੈਰਾ ਦੀ ਅਰੇਂਜਮੈਂਟ ਕੀਤੀ ਹੋਈ ਹੈ, ਤਾਂ ਉਹਦੇ ਵਾਸਤੇ ਉਹਨਾਂ ਨੂੰ GMDIC ਦਫ਼ਤਰੋਂ ਉਹ ਆਪਣੇ ਬੱਸਾਂ ਦੇ ਪਾਸਿਸ ਜਿਹੜੇ ਹੈਗੇ ਉਹ ਬਣਵਾ ਸਕਦੇ ਹਨ ਔਰ ਉਹਨਾਂ ਨੂੰ ਆਪਣੀ ਲੇਬਰ ਨੂੰ ਉਹਨਾਂ ਬੱਸਾਂ ਦੇ ਵਿੱਚ ਲੈ ਕੇ ਜਾ ਸਕਦੇ ਹਨ। ਤਾਂ ਉਹ ਪਾਸਿਸ ਜਿਹੜੇ ਹੈਗੇ GMDIC ਵੱਲੋਂ ਪ੍ਰੋਵਾਈਡ ਕਰਤੇ ਜਾਣਗੇ ਔਰ ਹਰ ਇੱਕ ਇੰਡਸਟਰੀ ਜਿਹੜੀ ਹੈਗੀ ਉਹ ਇਹ ਫੈਸਿਲਿਟੀ ਜਿਹੜੀ ਹੈਗੀ ਉਸ ਨੂੰ ਅਵੇਲ ਕਰ ਸਕਦੀ ਹੈ। ਔਰ ਜੇ
ਇਹ ਵੀ ਚੀਜ਼ ਇੱਕ ਹੋਰ ਰਿਲੈਕਸੇਸ਼ਨ ਗਵਰਨਮੈਂਟ ਵੱਲੋਂ ਦਿੱਤੀ ਗਈ ਹੈ ਕਿ ਜੇ ਕੋਈ ਲੇਬਰ ਇਸ ਤਰ੍ਹਾਂ ਦੀ ਹੈ ਕਿ ਜਿਹੜੀ ਕਿ ਪੈਦਲ ਜਾਂ ਸਾਈਕਲ ਤੋਂ ਵੀ ਆਉਣਾ ਚਾਹੁੰਦੀ ਹੈ ਨੇੜੇ ਤੇੜਿਓਂ, ਤਾਂ ਇੰਡਸਟਰੀ ਵਾਲਾ ਜਿਹੜਾ ਹੈਗਾ ਉਹ ਉਸ ਲੇਬਰ ਦੇ ਲਈ ਆਪਣਾ ਪਾਸ ਜਿਹੜਾ ਹੈਗਾ ਉਹ ਬਣਵਾ ਸਕਦਾ ਹੈ। ਉਹ ਵੀ ਪਾਵਰਾਂ ਜਿਹੜੀਆਂ ਹੈਗੀਆਂ ਅਸੀਂ GMDIC ਨੂੰ ਦਿੱਤੀਆਂ ਹੈਗੀਆਂ। ਜੇ ਕੋਈ ਇੰਡਸਟਰੀਅਲਿਸਟ ਆਪਣੇ ਇੰਡਸਟਰੀ ਦੇ ਵਿੱਚ ਮੰਨ ਲਿਓ ਫੋਰ ਐਗਜ਼ਾਮਪਲ 50 ਬੰਦਿਆਂ ਨੂੰ ਕੰਮ ਕਰਾਉਣਾ ਚਾਹੁੰਦਾ ਹੈ, ਤਾਂ ਉਹ ਇੱਕ ਲਿਸਟ ਬਣਾ ਕੇ GMDIC ਨੂੰ ਦੇ ਸਕਦਾ ਹੈ ਕਿ ਮੈਂ ਆਪਣੀ ਇੰਡਸਟਰੀ ਦੇ ਵਿੱਚ ਇਹ ਬੰਦੇ ਜਿਹੜੇ ਹੈਗੇ ਇਹਨਾਂ ਤੋਂ ਕੰਮ ਕਰਵਾਉਣਾ ਚਾਹੁੰਦਾ ਹਾਂ, ਤਾਂ GMDIC ਉਸੇ ਲਿਸਟ ਦੇ ਉੱਤੇ ਉਸੇ ਨੂੰ ਹੀ ਕਾਊਂਟਰ ਸਾਈਨ ਕਰਕੇ ਵਾਪਸ ਕਰ ਦੇਊਗਾ। ਔਰ ਉਹ ਜਿਹੜਾ ਇਹਨੂੰ ਆਪਾਂ ਬਲਕ ਪਾਸ ਕਹਿੰਦੇ ਆ, ਤਾਂ ਇਹ ਜਿਹੜਾ ਬਲਕ ਪਾਸ ਹੈਗਾ ਉਹਦੀ ਕਾਪੀ ਜਿਹੜੀ ਹੈਗੀ ਉਹ ਇੰਡਸਟਰੀਅਲਿਸਟ ਆਪਣੀ ਸਾਰੀ ਲੇਬਰ ਨੂੰ ਇੱਕ ਕਾਪੀ ਦੇ ਸਕਦਾ ਹੈ। ਔਰ ਉਹ ਬਲਕ ਪਾਸ ਜਿਹੜਾ ਹੈਗਾ ਉਹ ਕੋਈ ਵੀ ਫੋਟੋ ਆਈਡੈਂਟੀਟੀ ਕਾਰਡ ਦੇ ਨਾਲ ਵੈਲਿਡ ਹੋਵੇਗਾ। ਉਸ ਨੂੰ ਲੈ ਕੇ ਲੇਬਰ ਜਿਹੜੀ ਹੈਗੀ ਉਹ ਪੈਦਲ ਜਾਂ ਸਾਈਕਲ ਤੋਂ ਆਪਣੇ ਘਰੋਂ ਇੰਡਸਟਰੀ ਤੱਕ ਔਰ ਇੰਡਸਟਰੀ ਤੋਂ ਘਰ ਤੱਕ ਜਾ ਸਕਦੀ ਹੈ। ਇਹਦੀ ਮੂਵਮੈਂਟ ਜਿਹੜੀ ਹੈਗੀ ਉਹ ਆਪਾਂ ਰਿਸਟ੍ਰਿਕਟ ਕਰਨਾ ਚਾਹੁੰਦੇ, ਕਿਉਂਕਿ ਇਹ ਵੀ ਨਾ ਹੋਵੇ ਕਿ 24 ਘੰਟੇ ਜਿਹੜੀ ਹੈਗੀ ਇਹ ਵਾਲੀ ਮੂਵਮੈਂਟ ਹੁੰਦੀ ਰਹੇ। ਤਾਂ ਲੇਬਰ ਦੀ ਮੂਵਮੈਂਟ ਵਾਸਤੇ ਅਸੀਂ ਸਵੇਰੇ 7 ਵਜੇ ਤੋਂ 9 ਵਜੇ ਤੱਕ ਔਰ ਸ਼ਾਮੀ 5 ਵਜੇ ਤੋਂ 7 ਵਜੇ ਤੱਕ ਇਹ ਵਾਲੀ ਮੂਵਮੈਂਟ ਜਿਹੜੀ ਹੈਗੀ ਉਸ ਨੂੰ ਅਲਾਉ ਕਰਾਂਗੇ। ਤਾਂ ਮੈਂ ਇੱਕ ਵਾਰ ਫਿਰ ਰਿਪੀਟ ਕਰਨਾ ਚਾਹਾਂਗਾ ਕਿ ਇੰਡਸਟਰੀ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਦੀ ਜਿਹੜੀ ਹੈਗੀ ਆਪਣੀ ਇੰਡਸਟਰੀ ਨੂੰ ਚਲਾਉਣ ਦੇ ਵਾਸਤੇ ਕਿਸੇ ਪਰਮਿਸ਼ਨ ਦੀ ਲੋੜ ਨਾ ਹੈ। ਉਹਨਾਂ ਨੂੰ ਸਿਰਫ ਆਪਣਾ ਇੱਕ ਸੈਲਫ ਡਿਕਲੇਰੇਸ਼ਨ ਜਿਹੜਾ ਹੈਗਾ ਉਹ ਅਪਲੋਡ ਕਰਨਾ ਹੈ ਇੰਡਸਟਰੀ ਦੀ ਵੈਬਸਾਈਟ ਦੇ ਉੱਤੇ, ਜਿਸ ਤੋਂ ਕਿ ਸਾਡੇ ਕੋਲ ਇਨਫੋਰਮੇਸ਼ਨ ਆ ਜਾਊਗੀ ਕਿ ਕਿੰਨੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਚੱਲ ਰਹੀਆਂ ਹਨ ਔਰ ਕਿੰਨੀ ਲੇਬਰ ਉੱਤੇ ਕੰਮ ਕਰ ਰਹੀ ਹੈ। ਤਾਂ ਇਹ ਸਾਡੇ ਡੇਟਾਬੇਸ ਦੇ ਵਾਸਤੇ ਵੀ ਕੰਮ ਆਊਗੀ ਇਹ ਚੀਜ਼। ਔਰ ਜਿਹੜੀ ਲੇਬਰ ਦੀ ਮੂਵਮੈਂਟ ਹੈਗੀ ਉਹਦੇ ਵਾਸਤੇ ਜਾਂ ਤਾਂ ਇੰਡਸਟਰੀ ਜਿਹੜੀ ਹੈਗੀ ਉਹ ਇੰਡਸਟਰੀਅਲ ਕੁਆਰੰਟੀਨ ਫੈਸਿਲਿਟੀ ਯਾਨੀ ਕਿ ਆਪਣੇ ਹੀ ਏਰੀਆ ਦੇ ਵਿੱਚ ਲੇਬਰ ਨੂੰ ਰੱਖ ਸਕਦੀ ਹੈ, ਜਾਂ ਫਿਰ ਉਹਨਾਂ ਨੂੰ ਟਰਾਂਸਪੋਰਟ ਸਹੂਲਤ ਜਿਹੜੀ ਹੈਗੀ ਉਹ ਪ੍ਰੋਵਾਈਡ ਕਰ ਸਕਦੀ ਹੈ। ਟਰਾਂਸਪੋਰਟ ਸਹੂਲਤ ਜੇ ਪ੍ਰੋਵਾਈਡ ਕਰ ਰਹੇ ਹਾਂ ਤਾਂ GMDIC ਤੋਂ ਬੱਸਾਂ ਦੇ ਪਾਸਿਸ ਜਿਹੜੇ ਹੈਗੇ ਉਹ ਬਣਵਾ ਸਕਦੇ ਹਾਂ। ਔਰ ਜੇ ਪੈਦਲ ਜਾਂ ਸਾਈਕਲ ਤੋਂ ਉਹਨਾਂ ਦੀ ਲੇਬਰ ਨੇ ਆਉਣਾ ਹੈ ਤਾਂ ਉਹਦੇ ਲਈ ਲੇਬਰ ਪਾਸਿਸ ਜਿਹੜੇ ਹੈਗੇ ਉਹ ਇੰਡਸਟਰੀਅਲਿਸਟ ਜਿਹੜਾ ਹੈਗਾ ਬਲਕ ਵਿੱਚ GMDIC ਤੋਂ ਬਣਵਾ ਸਕਦਾ ਹੈ। ਹਰ ਇੱਕ ਬੰਦੇ ਦੇ ਵਾਸਤੇ ਇੰਡੀਵਿਜੂਅਲ ਪਾਸ ਬਣਵਾਉਣ ਦੀ ਲੋੜ ਨਾ ਹੈ। ਜਿਹੜੀ ਮੈਨੇਜਮੈਂਟ ਹੈਗੀ ਜਾਂ ਓਨਰਸ ਹੈਗੇ ਉਹਨਾਂ ਨੂੰ ਜੇ ਆਪਣੀ ਮੂਵਮੈਂਟ ਕਰਨੀ ਹੈ ਤਾਂ ਉਹਦੇ ਵਾਸਤੇ ਉਹ ਪਾਸ ਜਿਹੜਾ ਹੈਗਾ ਉਸ ਦੇ ਉੱਤੇ ਅਪਲਾਈ ਕਰ ਸਕਦੇ ਹਨ। GMDIC ਨੂੰ ਅਸੀਂ ਆਥੋਰਾਈਜ਼ ਕਰਤਾ ਹੈਗਾ ਕਿ ਇੰਡਸਟਰੀਅਲ ਪਰਪਸ ਦੇ ਵਾਸਤੇ ਜੋ ਵੀ ਬੰਦਾ ਅਪਲਾਈ ਕਰਦਾ ਹੈ ਤਾਂ ਉਹਦੀ ਪਰਮਿਸ਼ਨ ਜਿਹੜੀ ਹੈਗੀ GMDIC ਦਫ਼ਤਰ ਵੱਲੋਂ ਦੇ ਦਿੱਤੀ ਜਾਵੇਗੀ। ਕੇਵਲ ਪਾਸ ਅਪਲਾਈ ਕਰਨ ਵੇਲੇ ਜਿਹੜੀ ਸੈਲਫ ਡਿਕਲੇਰੇਸ਼ਨ ਤੁਸੀਂ ਇੰਡਸਟਰੀ ਦੀ ਵੈਬਸਾਈਟ ਦੇ ਉੱਤੇ ਅਪਲੋਡ ਕੀਤੀ ਹੈ ਉਹੀ ਸੈਲਫ ਡਿਕਲੇਰੇਸ਼ਨ ਜਿਹੜੀ ਹੈਗੀ ਪਾਸ ਦੇ ਵਾਸਤੇ ਅਪਲਾਈ ਕਰਤੀ ਜਾਵੇ। ਤਾਂ ਇੰਡਸਟਰੀਜ਼ ਦੇ ਜਿਹੜੇ ਮਸਲੇ ਹੈਗੇ ਉਹ ਕਾਫੀ ਹੱਦ ਤੱਕ ਇਹਨਾਂ ਰਿਲੈਕਸੇਸ਼ਨਸ ਦੇ ਨਾਲ ਹੱਲ ਹੋ ਜਾਂਦੇ ਹਨ। ਜੇ ਫਿਰ ਵੀ ਕੋਈ ਚੀਜ਼ ਰਹਿ ਜਾਂਦੀ ਹੈ, ਜੋ ਕੋਈ ਕਨਫਿਊਜ਼ਨ ਕਿਸੇ ਨੂੰ ਹੈਗਾ ਤਾਂ ਉਹ GMDIC ਦਫ਼ਤਰ ਦੇ ਨਾਲ ਕੰਟੈਕਟ ਕਰ ਸਕਦਾ ਹੈ ਔਰ ਉਹਨਾਂ ਨੂੰ ਉਹਨਾਂ ਦੀ ਕਲੈਰੀਫਿਕੇਸ਼ਨ ਜਿਹੜੀ ਹੈਗੀਆਂ ਉਹ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਦੂਜਾ ਜਿਹੜਾ ਇਸ਼ੂ ਸੀਗਾ ਕੰਸਟਰਕਸ਼ਨ ਨੂੰ ਲੈ ਕੇ, ਕਿ ਕੰਸਟਰਕਸ਼ਨ ਜਿਹੜੀ ਸੀਗੀ ਉਹ ਆਪਾਂ ਫਸਟ ਫੇਜ਼ ਦੇ ਵਿੱਚ ਸਿਰਫ ਗਵਰਨਮੈਂਟ ਪ੍ਰੋਜੈਕਟਸ ਜਿਹੜੇ ਸੀਗੇ ਸਾਰਿਆਂ ਨੂੰ ਉਹਨਾਂ ਨੂੰ ਪਹਿਲਾਂ ਅਲਾਉ ਕਰ ਰਹੇ ਸੀਗੇ। ਨੈਸ਼ਨਲ ਹਾਈਵੇ ਦੇ ਪ੍ਰੋਜੈਕਟ, ਸਮਾਰਟ ਸਿਟੀ ਦੇ ਪ੍ਰੋਜੈਕਟ, ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਸੀਗੇ ਸਿਰਫ ਔਰ ਸਿਰਫ ਉਹ ਅਸੀਂ ਅਲਾਉ ਕੀਤੇ ਸੀਗੇ। ਲੇਕਿਨ ਅੱਜ ਗਵਰਨਮੈਂਟ ਵੱਲੋਂ ਕਾਫੀ ਰਿਆਇਤ ਜਿਹੜੀ ਹੈਗੀ ਉਹ ਕੰਸਟਰਕਸ਼ਨ ਦੀ ਐਕਟੀਵਿਟੀਆਂ ਦੇ ਵਿੱਚ ਵੀ ਦਿੱਤੀ ਗਈ ਹੈਗੀ, ਉਹ ਵੀ ਮੈਂ ਥੋੜੀ ਸੀ ਕਲੈਰੀਫਾਈ ਕਰਨਾ ਚਾਹਾਂਗਾ। ਨੰਬਰ 1 ਤਾਂ ਜੋ ਵੀ ਕੰਸਟਰਕਸ਼ਨ ਰੂਰਲ ਏਰੀਆ ਦੇ ਵਿੱਚ ਹੋਣੀ ਹੈ ਉਹਦੇ ਵਾਸਤੇ ਗਵਰਨਮੈਂਟ ਨੇ ਕਿਹਾ ਹੈਗਾ ਕਿ ਰੂਰਲ ਏਰੀਆ ਦੇ ਵਿੱਚ ਜਿਹੜੀਆਂ ਕੰਸਟਰਕਸ਼ਨਸ ਹੈਗੀਆਂ ਉਹ ਵੀ ਆਪਾਂ ਉਹਨਾਂ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰਿਸਟ੍ਰਿਕਸ਼ਨ ਜਿਹੜੀ ਹੈਗੀ ਉਹ ਨਹੀਂ ਲਾਵਾਂਗੇ। ਰੂਰਲ ਏਰੀਆ ਦੇ ਵਿੱਚ ਕੋਈ ਨਵਾਂ ਪ੍ਰੋਜੈਕਟ ਵੀ ਕੋਈ ਚਾਲੂ ਕਰਨਾ ਚਾਹੁੰਦਾ ਹੈ, ਨਵੀਂ ਕੰਸਟਰਕਸ਼ਨ ਵੀ ਕੋਈ ਚਾਲੂ ਕਰਨਾ ਚਾਹੁੰਦਾ ਹੈ ਤਾਂ ਉਹ ਪਰਮਿਸ਼ਨਾਂ ਵੀ ਜਿਹੜੀਆਂ ਹੈਗੀਆਂ ਮਤਲਬ ਉਹ ਵੀ ਕੰਸਟਰਕਸ਼ਨ ਜਿਹੜੀਆਂ ਹੈਗੀਆਂ ਉਹ ਚਾਲੂ ਕੀਤੀਆਂ ਜਾ ਸਕਦੀਆਂ ਹਨ। ਲੇਬਰ ਦੀ ਮੂਵਮੈਂਟ ਦੇ ਵਾਸਤੇ ਆਪਾਂ 2 ਫੈਸਲੇ ਕੀਤੇ ਹਨ ਕਿ ਜੇ ਵਿਦਿਨ ਵਿਲੇਜ ਹੀ ਜੇ ਲੇਬਰ ਨੇ ਆਉਣਾ ਹੈਗਾ, ਰੂਰਲ ਏਰੀਆ ਦੀ ਲੇਬਰ ਜਿਹੜੀ ਹੈਗੀ ਪਿੰਡ ਦੇ ਵਿੱਚ ਹੀ ਰਹਿੰਦੀ ਹੈ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਾਸ ਵਗੈਰਾ ਦੀ ਲੋੜ ਨਹੀਂ ਹੋਵੇਗੀ। ਉਹ ਵਿਦਿਨ ਵਿਲੇਜ ਜਿਹੜਾ ਹੈਗਾ ਮੂਵਮੈਂਟ ਲੇਬਰ ਜਿਹੜੀ ਹੈਗੀ ਉਹ ਕਰ ਸਕਦੀ ਹੈ, ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪਾਸ ਦੀ ਲੋੜ ਨਾ ਹੈ। ਲੇਕਿਨ ਜੇ ਮੂਵਮੈਂਟ ਜਿਹੜੀ ਹੈਗੀ ਇੱਕ ਥਾਂ ਤੋਂ ਦੂਜੀ ਥਾਂ ਤੇ ਕਰਨੀ ਪੈਂਦੀ ਹੈ, ਜੇ ਇੱਕ ਵਿਲੇਜ ਤੋਂ ਬਾਹਰ ਜਾ ਕੇ ਕਰਨੀ ਪੈਂਦੀ ਹੈ ਤਾਂ ਆਪਣੇ ਸ਼ਹਿਰ ਤੋਂ ਬਾਹਰਲੇ ਜਿਹੜੇ ਸਬ ਡਿਵੀਜ਼ਨਸ ਹੈਗੇ ਖੰਨਾ, ਸਮਰਾਲਾ, ਜਗਰਾਓਂ, ਪਾਇਲ ਤੇ ਰਾਏਕੋਟ, ਉਹਨਾਂ ਦੇ ਵਾਸਤੇ ਕੰਸਰਨ SDMs ਤੋਂ ਉਹ ਪ੍ਰੋਜੈਕਟਾਂ ਦੀ ਪਰਮਿਸ਼ਨ ਤੇ ਲੇਬਰ ਦੀ ਮੂਵਮੈਂਟ ਵਾਸਤੇ ਲੇਬਰ ਬਲਕ ਪਾਸ ਜਿਹੜੇ ਹੈਗੇ ਉਹ ਬਣਵਾਏ ਜਾ ਸਕਦੇ ਨੇ। ਜਿੱਥੇ ਤੱਕ ਅਰਬਨ ਏਰੀਆ ਦਾ ਸਵਾਲ ਹੈਗਾ ਯਾਨੀ ਕਿ ਕਮਿਸ਼ਨਰੇਟ ਏਰੀਆ ਜਾਂ ਫਿਰ ਆਪਣੇ SDM ਈਸਟ ਔਰ SDM ਵੈਸਟ ਦਾ ਜਿਹੜਾ ਏਰੀਆ ਹੈਗਾ ਉਹਦੇ ਵਾਸਤੇ ਜਿਹੜਾ ਸ਼ਹਿਰੀ ਏਰੀਆ ਪੈਂਦਾ ਹੈ ਸਪੈਸ਼ਲੀ ਉਸ ਸ਼ਹਿਰੀ ਏਰੀਆ ਦੇ ਵਿੱਚ ਜਿਹੜੀ 2 ਕੰਡੀਸ਼ਨਸ ਜਿਹੜੀਆਂ ਹੈਗੀਆਂ ਉਹ ਲਗਾਈਆਂ ਗਈਆਂ ਨੇ। ਇੱਕ ਤਾਂ ਜਿਹੜੇ ਪ੍ਰੋਜੈਕਟਸ ਆਲਰੇਡੀ ਚਾਲੂ ਨੇ ਕੇਵਲ ਔਰ ਕੇਵਲ ਉਹੀ ਪ੍ਰੋਜੈਕਟ ਜਿਹੜੇ ਹੈਗੇ ਉਹ ਲਏ ਜਾ ਸਕਦੇ ਹਨ। ਜਿਹੜਾ ਸ਼ਹਿਰੀ ਏਰੀਆ ਹੈਗਾ ਭਾਵੇਂ ਉਹ
ਲੁਧਿਆਣਾ ਸ਼ਹਿਰ ਦਾ ਹੋਵੇ ਜਾਂ ਬਾਕੀ 10 ਆਪਣੇ ਅਰਬਨ ਟਾਊਨਸ ਹੈਗੇ, ਉੱਥੇ ਕੇਵਲ ਉਹ ਪ੍ਰੋਜੈਕਟ ਜਿਹੜੇ ਹੈਗੇ ਲਏ ਜਾ ਸਕਦੇ ਹਨ ਜਿਹੜੇ ਕਿ ਪਹਿਲਾਂ ਚਾਲੂ ਹੋ ਚੁੱਕੇ ਹਨ। ਨਵੇਂ ਪ੍ਰੋਜੈਕਟ ਜਿਹੜੇ ਹੈਗੇ ਉਹ ਨਹੀਂ ਲਏ ਜਾ ਸਕਦੇ। ਇਹ ਪ੍ਰੋਜੈਕਟ ਦੀ ਕੈਟੇਗਰੀ ਕੋਈ ਵੀ ਹੋ ਸਕਦੀ ਹੈ, ਭਾਵੇਂ ਉਹ ਸਰਕਾਰੀ ਪ੍ਰੋਜੈਕਟ ਹੋਵੇ, ਪ੍ਰਾਈਵੇਟ ਪ੍ਰੋਜੈਕਟ ਹੋਵੇ, ਰੈਜ਼ੀਡੈਂਸ਼ੀਅਲ ਪ੍ਰੋਜੈਕਟ ਹੋਵੇ, ਕਮਰਸ਼ੀਅਲ ਪ੍ਰੋਜੈਕਟ ਹੋਵੇ, ਕੋਈ ਵੀ ਪ੍ਰੋਜੈਕਟ ਹੈਗਾ, ਕੋਈ ਵੀ ਕੰਸਟਰਕਸ਼ਨ ਜਿਹੜੀ ਹੈਗੀ ਉਹ ਵਾਲੇ ਪ੍ਰੋਜੈਕਟ ਜਿਹੜੇ ਹੈਗੇ ਚਲਾਏ ਜਾ ਸਕਦੇ ਹਨ। ਲੇਕਿਨ ਸ਼ਹਿਰ ਦੇ ਵਿੱਚ ਦੂਜੀ ਕੰਡੀਸ਼ਨ ਜਿਹੜੀ ਹੈਗੀ ਉਹ ਇਹ ਲਗਾਈ ਗਈ ਹੈਗੀ ਕਿ ਜਿਹੜੀ ਲੇਬਰ ਹੈਗੀ ਉਹ ਲੇਬਰ ਉਸ ਸਾਈਟ ਦੇ ਉੱਤੇ ਹੀ ਉਹਨਾਂ ਦਾ ਰਹਿਣ ਦਾ, ਖਾਣ ਪੀਣ ਦਾ ਅਰੇਂਜਮੈਂਟ ਜਿਹੜਾ ਹੈਗਾ ਉਹ ਕੰਟਰੈਕਟਰ ਵੱਲੋਂ ਕੀਤਾ ਜਾਵੇਗਾ। ਤਾਂ ਅਸੀਂ ਜੋ ਵੀ ਕੇਸਿਸ ਇਸ ਤਰ੍ਹਾਂ ਦੇ ਹੈਗੇ ਜੋ ਕੰਸਟਰਕਸ਼ਨ ਕਰਨਾ ਚਾਹੁੰਦੇ ਹਨ, ਭਾਵੇਂ ਉਹ ਪ੍ਰਾਈਵੇਟ ਬੰਦੇ ਹੈਗੇ ਆਪਣਾ ਘਰ ਬਣਾਉਣਾ ਚਾਹੁੰਦੇ ਹੈ, ਰੈਜ਼ੀਡੈਂਸ਼ੀਅਲ ਘਰ ਬਣਾਉਣਾ ਹੈ, ਕਮਰਸ਼ੀਅਲ ਕੋਈ ਪ੍ਰੋਜੈਕਟ ਹੈਗਾ ਕਿਸੇ ਦਾ, ਜੇ ਉਹ ਕੋਈ ਕਰਨਾ ਚਾਹੁੰਦਾ ਹੈ, ਜੇ ਉਸਨੇ ਆਲਰੇਡੀ ਚਾਲੂ ਕੀਤਾ ਹੋਇਆ ਹੈ ਤਾਂ ਉਸ ਪ੍ਰੋਜੈਕਟ ਨੂੰ ਕੰਪਲੀਟ ਕਰਨ ਦੇ ਵਾਸਤੇ acgludhiana@gmail.com ਦੇ ਉੱਤੇ ਅਪਲਾਈ ਕਰ ਸਕਦਾ ਹੈ। ਔਰ ਉਸ ਦੇ ਨਾਲ ਹੀ ਉਹ ਜਿੰਨੀ ਵੀ ਲੇਬਰ ਵੀ ਉੱਥੇ ਕੰਮ ਕਰਨਾ ਚਾਹੁੰਦੀ ਹੈ ਉਹਨਾਂ ਦੇ ਨਾਂ ਵਗੈਰਾ ਵੀ ਜਿਹੜੇ ਹੈਗੇ ਉਹ ਇਸ ਈਮੇਲ ਆਈਡੀ ਦੇ ਉੱਤੇ ਭੇਜ ਸਕਦਾ ਹੈ। ਤਾਂ ਅਸੀਂ ਉਸ ਨੂੰ ਪ੍ਰੋਜੈਕਟ ਦੀ ਵੀ ਪ੍ਰਵਾਨਗੀ ਜਿਹੜੀ ਹੈਗੀ ਦੇ ਦੇਵਾਂਗੇ ਤੇ ਨਾਲ ਹੀ ਨਾਲ ਉਹ ਲੇਬਰ ਦਾ ਪਾਸ ਜਿਹੜਾ ਹੈਗਾ ਉਹ ਵੀ ਬਣਾ ਕੇ ਬਲਕ ਪਾਸ ਜਿਹੜਾ ਹੈਗਾ ਬਣਾ ਕੇ ਦੇ ਦੇਵਾਂਗੇ। ਔਰ ਇਹ ਬਲਕ ਪਾਸ ਜਿਹੜਾ ਹੈਗਾ ਉਹ ਲੇਬਰ, ਕਿਉਂਕਿ ਲੇਬਰ ਨੇ ਤਾਂ ਸਾਈਟ ਦੇ ਉੱਤੇ ਹੀ ਰਹਿਣਾ ਹੈ, ਬਟ ਸਟਿਲ ਆਪਾਂ ਬਲਕ ਪਾਸ ਬਣਾ ਕੇ ਦੇ ਦੇਵਾਂਗੇ ਜਿਸ ਤੋਂ ਕਿ ਉਹਨਾਂ ਨੂੰ ਕੋਈ ਇੱਕ ਵਾਰ ਪਹਿਲੀ ਵਾਰ ਲੈ ਕੇ ਆਉਣ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ। ਤਾਂ ਇਸ ਦੇ ਨਾਲ ਕੰਸਟਰਕਸ਼ਨ ਦੇ ਵੀ ਜਿਹੜੇ ਕੰਮ ਜਿਹੜੇ ਹੈਗੇ ਉਹ ਕਾਫੀ ਹੱਦ ਤੱਕ ਸੌਟ ਆਊਟ, ਇਸ਼ੂ ਜਿਹੜੇ ਹੈਗੇ ਉਹ ਸੌਟ ਆਊਟ ਹੋ ਜਾਂਦੇ ਔਰ ਕਾਫੀ ਹੱਦ ਤੱਕ ਕੰਸਟਰਕਸ਼ਨ ਦੀ ਕਾਰਗੁਜ਼ਾਰੀ ਜਿਹੜੀ ਹੈਗੀ ਉਹ ਚਾਲੂ ਹੋ ਸਕਦੀ ਹੈ। ਲੇਕਿਨ ਇੱਕ ਚੀਜ਼ ਮੈਂ ਪਹਿਲਾਂ ਦੱਸਣਾ ਭੁੱਲ ਗਿਆ ਸੀਗਾ ਕਿ ਜੋ ਏਰੀਆ ਆਪਾਂ ਕੰਟੇਨਮੈਂਟ ਏਰੀਆ ਡਿਕਲੇਅਰ ਕਰਦੇ ਹਾਂ ਬਿਕੋਜ਼ ਆਫ ਬਹੁਤ ਜ਼ਿਆਦਾ ਜਿੱਥੇ ਕੇਸਿਸ ਵਗੈਰਾ ਆ ਜਾਂਦੇ ਹਨ ਉਹ ਵੀ ਆਪਾਂ ਲਗਾਤਾਰ ਡਿਕਲੇਅਰ ਕਰੇ ਜਾਂਦੇ ਹਨ। ਹਾਲ ਦੀ ਘੜੀ 'ਚ ਕੇਵਲ ਕਰੀ ਅਮਰਪੁਰਾ ਅਤੇ ਆਪਣਾ ਚੌਕੀਮਨ ਦੋ ਹੀ ਪਿੰਡ ਹੈਗੇ ਜਿਨ੍ਹਾਂ ਨੂੰ ਅਸੀਂ ਡਿਕਲੇਅਰ ਕੀਤਾ ਹੋਇਆ ਰਿਸਟ੍ਰਿਕਟਡ ਏਰੀਆ। ਉਸ ਤੋਂ ਇਲਾਵਾ ਬਾਕੀ ਥਾਵਾਂ ਨੂੰ ਅਸੀਂ ਨਹੀਂ ਕੀਤਾ ਹੋਇਆ, ਬਟ ਅੱਜ ਦੇ ਜਿਹੜੇ 11 ਕੇਸਿਸ ਪੋਜ਼ੀਟਿਵ ਆਏ ਉਸ ਤੋਂ ਬਾਅਦ ਅਸੀਂ ਹੋ ਸਕਦਾ ਇੱਕ ਆਧ ਏਰੀਆ ਨੂੰ ਹੋਰ ਵੀ ਡਿਕਲੇਅਰ ਕਰਨ। ਤਾਂ ਇਹ ਜਿਹੜੇ ਏਰੀਆਜ਼ ਹੋਣਗੇ ਉੱਥੇ ਇਹ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹ ਪਰਮਿਟ ਨਹੀਂ ਕੀਤੀਆਂ ਜਾਣਗੀਆਂ। ਉਹਨਾਂ ਤੋਂ ਇਲਾਵਾ ਜਿਹੜਾ ਵੀ ਏਰੀਆ ਹੈਗਾ ਉਹਨਾਂ ਦੇ ਉੱਤੇ ਇਹ ਵਾਲੇ ਰਿਲੈਕਸੇਸ਼ਨ ਜਿਹੜੇ ਹੈਗੇ ਉਹ ਐਪਲੀਕੇਬਲ ਹੋਣਗੇ। ਤਾਂ ਕੰਸਟਰਕਸ਼ਨ ਦੇ ਵਿੱਚ ਵੀ ਆਪਾਂ ਕਲੈਰੀਫਾਈ ਕਰਤਾ ਕਿ ਰੂਰਲ ਏਰੀਆ ਦੇ ਵਿੱਚ ਸਾਰੇ ਕੇ ਸਾਰੇ ਤਰੀਕੇ ਦੇ ਕੰਮ ਕੀਤੇ ਜਾ ਸਕਦੇ ਹਨ ਵਿਦ ਪਰਮਿਸ਼ਨ ਆਫ SDM, ਔਰ ਅਰਬਨ ਏਰੀਆ ਦੇ ਵਿੱਚ ਜਿਹੜੇ ਕੰਮ ਹੈਗੇ ਉਹ ਵੀ ਸ਼ਹਿਰ ਤੋਂ ਬਾਹਰ ਵਾਸਤੇ ਜਿਹੜੀਆਂ ਕਮੇਟੀਆਂ ਹੈਗੀਆਂ ਉਹਦੇ ਵਾਸਤੇ SDM ਤੋਂ ਪਰਮਿਸ਼ਨ ਲੈ ਸਕਦੇ ਹਨ। ਔਰ ਕਮਿਸ਼ਨਰੇਟ ਏਰੀਆ ਜਾਂ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਏਰੀਆ ਦੇ ਵਿੱਚ acgludhiana@gmail.com ਦੇ ਉੱਤੇ ਐਪਲੀਕੇਸ਼ਨ ਪਾ ਕੇ ਆਪਣੀ ਪਰਮਿਸ਼ਨਾਂ ਜਿਹੜੀਆਂ ਹੈਗੀਆਂ ਉਹ ਲੈ ਸਕਦੇ ਹਨ। ਲੇਕਿਨ ਇਹ ਪਰਮਿਸ਼ਨ ਸਿਰਫ ਔਰ ਸਿਰਫ ਔਨਗੋਇੰਗ ਪ੍ਰੋਜੈਕਟਸ ਨੂੰ ਤੇ ਜਿਹੜੇ ਕੰਟਰੈਕਟਰ ਆਪਣੀ ਲੇਬਰ ਨੂੰ ਆਪਣੀ ਸਾਈਟ ਦੇ ਉੱਤੇ ਰੱਖਣ ਵਾਸਤੇ ਰੈਡੀ ਆ ਉਹਨਾਂ ਨੂੰ ਹੀ ਦਿੱਤੀ ਜਾਵੇਗੀ। ਤੀਜੀ ਜਿਹੜੀ ਇੰਪੋਰਟੈਂਟ ਐਕਟੀਵਿਟੀ ਹੈਗੀ ਉਹ ਹੈਗੀ ਸ਼ਾਪਸ, ਦੁਕਾਨਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਜੋ ਰਿਲੈਕਸੇਸ਼ਨ ਜਾਂ ਕਲੈਰੀਫਿਕੇਸ਼ਨ ਗਵਰਨਮੈਂਟ ਵੱਲੋਂ ਅੱਜ ਦਿੱਤੀ ਗਈ ਹੈ ਉਹ ਵੀ ਮੈਂ ਲੋਕਾਂ ਦੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਸਾਨੂੰ ਅੱਜ ਕਾਫੀ ਕੁਐਰੀਆਂ ਜਿਹੜੀਆਂ ਹੈਗੀਆਂ ਇਸ ਦੇ ਸੰਬੰਧ ਦੇ ਵਿੱਚ ਮਿਲ ਰਹੀਆਂ ਹਨ। ਤਾਂ ਇਹ ਜਿਹੜੀਆਂ ਕਲੈਰੀਫਿਕੇਸ਼ਨਸ ਹੈਗੀਆਂ ਉਹ ਇਸ ਤਰੀਕੇ ਨਾਲ ਹਨ। ਨੰਬਰ 1, ਜਿਹੜੀਆਂ ਸ਼ਾਪਸ ਅਸੀਂ ਆਲਰੇਡੀ ਪਰਮਿਟ ਕੀਤੀਆਂ ਹੋਈਆਂ ਹਨ, ਯਾਨੀ ਕਿ ਅਸੈਂਸ਼ੀਅਲ ਕਮੋਡਿਟੀ ਦੇ ਬਹੁਤ ਸਾਰੀ ਦੁਕਾਨਾਂ ਅਸੀਂ ਪਹਿਲਾਂ ਅਲਾਉ ਕੀਤੀਆਂ ਸੀਗੀਆਂ, ਭਾਵੇਂ ਉਹ ਹੋਮ ਡਿਲੀਵਰੀ ਦੇ ਵਾਸਤੇ ਕੀਤੀਆਂ ਹੋਣ, ਭਾਵੇਂ ਉਹ ਅਸੀਂ ਐਗਰੀਕਲਚਰ ਇਕਵਿਪਮੈਂਟ, ਹਾਰਡਵੇਅਰ ਸ਼ਾਪਸ ਜਾਂ ਕੁਝ ਇਸ ਤਰ੍ਹਾਂ ਦੀ ਐਗਰੀਕਲਚਰ ਐਕਟੀਵਿਟੀ ਨਾਲ ਸੰਬੰਧਿਤ ਦੁਕਾਨਾਂ ਸੀਗੀਆਂ ਉਹਨਾਂ ਨੂੰ ਅਲਾਉ ਕੀਤਾ ਸੀਗਾ। ਤਾਂ ਜਿਹੜੀਆਂ ਦੁਕਾਨਾਂ ਅਸੀਂ ਆਲਰੇਡੀ ਅਲਾਉ ਕਰ ਚੁੱਕੇ ਹਾਂ ਉਹ ਦੁਕਾਨਾਂ ਨੂੰ ਅਸੀਂ ਪਹਿਲਾਂ ਕਿਹਾ ਸੀਗਾ ਕਿ ਤੁਸੀਂ ਸਿਰਫ ਹੋਮ ਡਿਲੀਵਰੀ ਹੀ ਕਰ ਸਕਦੇ ਹੋ, ਭਾਵੇਂ ਉਹ ਮੈਡੀਕਲ ਦੀ ਦੁਕਾਨ ਸੀਗੀ, ਦੁੱਧ ਦੀ ਦੁਕਾਨ ਸੀਗੀਆਂ, ਡੇਅਰੀ ਦੀ ਦੁਕਾਨਾਂ ਸੀਗੀਆਂ ਜਾਂ ਕੁਝ ਇਸ ਤਰ੍ਹਾਂ ਦੀਆਂ ਰਾਸ਼ਨ ਦੀ ਦੁਕਾਨਾਂ ਸੀਗੀਆਂ, ਉਹ ਪਹਿਲਾਂ ਅਸੀਂ ਸਿਰਫ ਉਹਨਾਂ ਨੂੰ ਹੋਮ ਡਿਲੀਵਰੀ ਹੀ ਪਰਮਿਟ ਕਰਦੇ ਸੀਗੇ। ਲੇਕਿਨ ਹੁਣ ਨਵੀਂ ਰਿਲੈਕਸੇਸ਼ਨ ਦੇ ਮੁਤਾਬਕ ਹੁਣ ਸਵੇਰੇ 7 ਵਜੇ ਤੋਂ 11 ਵਜੇ ਤੱਕ ਉਹ ਕਾਊਂਟਰ ਸੇਲ ਜਿਹੜੀ ਹੈਗੀ ਉਹ ਵੀ ਕਰ ਸਕਦੇ ਹਨ। ਕਹਿਣ ਦਾ ਭਾਵ ਇਹ ਹੋਇਆ ਕਿ ਹੁਣ ਹੋਮ ਡਿਲੀਵਰੀ ਦਾ ਕੰਮ ਜਿਹੜਾ ਹੈਗਾ ਉਹ ਉਹਨਾਂ ਨੇ 7 ਵਜੇ ਤੋਂ 11 ਵਜੇ ਤੱਕ ਨਹੀਂ ਕਰਨਾ। ਸਵੇਰੇ 7 ਵਜੇ ਤੋਂ 11 ਵਜੇ ਤੱਕ ਉਹ ਕਾਊਂਟਰ ਸੇਲ ਕਰਨਗੇ। 11 ਵਜੇ ਤੋਂ ਸ਼ਾਮੀ 7 ਵਜੇ ਦੇ ਵਾਸਤੇ ਜਿਹੜੇ ਅਸੈਂਸ਼ੀਅਲ ਆਈਟਮਸ ਨੂੰ ਅਸੀਂ ਪਰਮਿਸ਼ਨ ਆਲਰੇਡੀ ਹੋਮ ਡਿਲੀਵਰੀ ਦੇ ਵਾਸਤੇ ਕੀਤੀ ਸੀਗੀ ਉਹ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਅਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ 11 ਵਜੇ ਤੋਂ ਸ਼ਾਮੀ 7 ਵਜੇ ਤੱਕ ਅਸੈਂਸ਼ੀਅਲ ਕਮੋਡਿਟੀ ਦੀ ਹੋਮ ਸਪਲਾਈ ਵੀ ਹੋਮ ਡਿਲੀਵਰੀ ਜਿਹੜੀ ਹੈਗੀ ਉਹ ਕਰ ਸਕਦੇ ਨੇ। ਤਾਂ ਸਭ ਤੋਂ ਪਹਿਲੇ ਉਹ ਦੁਕਾਨਾਂ ਜਿਨ੍ਹਾਂ ਨੂੰ ਅਸੀਂ ਆਲਰੇਡੀ ਪਰਮਿਸ਼ਨ ਦਿੱਤੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਅਸੀਂ 7 ਵਜੇ ਤੋਂ 11 ਵਜੇ ਤੱਕ ਕਾਊਂਟਰ ਸੇਲ ਦੀ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਰਹੇ ਹਾਂ। 11 ਵਜੇ ਤੋਂ ਬਾਅਦ ਉਹ
ਕਾਊਂਟਰ ਸੇਲ ਨਹੀਂ ਕਰਨਗੇ। 11 ਵਜੇ ਤੋਂ ਬਾਅਦ ਉਹ ਸਿਰਫ ਔਰ ਸਿਰਫ ਹੋਮ ਡਿਲੀਵਰੀ ਹੀ ਕਰਨਗੇ। ਕੁਝ ਦੁਕਾਨਾਂ ਨੂੰ ਜਿਨ੍ਹਾਂ ਨੂੰ ਅਸੀਂ ਆਲਰੇਡੀ ਟਾਈਮ ਬਾਉਂਡ ਪਰਮਿਸ਼ਨਾਂ ਦਿੱਤੀਆਂ ਸੀਗੀਆਂ, ਜਿਵੇਂ ਐਗਰੀਕਲਚਰ ਹਾਰਡਵੇਅਰ ਵਗੈਰਾ ਦੀ ਦੁਕਾਨਾਂ ਸੀਗੀਆਂ, ਉਹਨਾਂ ਦਾ ਵੀ ਟਾਈਮ ਜਿਹੜਾ ਹੈਗਾ ਹੁਣ 7 ਵਜੇ ਤੋਂ 11 ਵਜੇ ਤੱਕ ਦਾ ਕਰ ਦਿੱਤਾ ਜਾਵੇਗਾ। ਉਹ ਵੀ ਆਪਣੀ ਦੁਕਾਨਾਂ ਜਿਹੜੀਆਂ ਹੈਗੀਆਂ ਸਿਰਫ 7 ਵਜੇ ਤੋਂ 11 ਵਜੇ ਤੱਕ ਖੋਲ੍ਹ ਸਕਦੇ ਹਨ। ਇਹ ਜਿਹੜੀ ਦੁਕਾਨਾਂ ਹੈਗੀਆਂ ਅਸੈਂਸ਼ੀਅਲ ਕਮੋਡਿਟੀ ਵਾਲੀਆਂ, ਉਹ ਨੇ 2-3 ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਧਿਆਨ 'ਚ ਰੱਖਣੀਆਂ ਹੋਣਗੀਆਂ। ਨੰਬਰ 1, ਇਹ ਦੁਕਾਨਾਂ ਜਿਹੜੀਆਂ ਹੈਗੀਆਂ, ਇਹਨਾਂ ਦੇ ਸਾਰੇ ਕੇ ਸਾਰੇ ਬੰਦੇ ਜੋ ਵੀ ਦੁਕਾਨ ਦੇ ਵਿੱਚ ਲੱਗੇ ਹੋਣਗੇ, ਉਹਨਾਂ ਨੂੰ ਮਾਸਕ ਪਹਿਨਣੇ ਲਾਜ਼ਮੀ ਹੋਵਾਂਗੇ। ਉਹਨਾਂ ਨੇ ਮਾਸਕ ਜਿਹੜਾ ਹੈਗਾ ਉਹ ਪਹਿਨਣਾ ਜ਼ਰੂਰੀ ਹੈ। ਦੂਜੀ ਜਿਹੜੀ ਚੀਜ਼ ਹੈਗੀ, ਆਪਣੀ ਦੁਕਾਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਰਸ਼ ਜਿਹੜਾ ਹੈਗਾ ਉਹ ਨਹੀਂ ਹੋਣ ਦਿੱਤਾ ਜਾਵੇ। ਜੇ ਦੁਕਾਨ ਦੇ ਵਿੱਚ ਜ਼ਿਆਦਾ ਗ੍ਰਾਹਕ ਆ ਜਾਂਦੇ ਹਨ ਤਾਂ ਉਹਨਾਂ ਨੂੰ 2-2 ਮੀਟਰ ਦੀ ਡਿਸਟੈਂਸ ਦੇ ਉੱਤੇ ਖੜਾਇਆ ਜਾਵੇ। ਇਹ ਦੁਕਾਨਦਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਜੇ ਕਿਸੇ ਦੁਕਾਨਦਾਰ ਦੇ ਦੁਕਾਨ ਤੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ ਔਰ ਉਹ ਰਸ਼ ਨੂੰ ਮੇਨਟੇਨ ਪ੍ਰੋਪਰਲੀ ਨਹੀਂ ਕਰਦਾ ਤਾਂ ਉਹਦੀ ਪਰਮਿਸ਼ਨ ਜਿਹੜੀ ਹੈਗੀ ਉਹ ਕੈਂਸਲ ਵੀ ਕੀਤੀ ਜਾ ਸਕਦੀ ਹੈ। ਔਰ ਤੀਜੀ ਜਿਹੜੀ ਇੰਪੋਰਟੈਂਟ ਗੱਲ ਹੈਗੀ ਉਹ ਇਹ ਹੈਗੀ ਕਿ ਇਹ 7 ਤੋਂ 11 ਵਜੇ ਦੇ ਵਿਚਕਾਰ ਜਿਹੜੇ ਲੋਕਾਂ ਨੇ ਇਹ ਫੈਸਿਲਿਟੀ ਅਵੇਲ ਕਰਨ ਦੇ ਵਾਸਤੇ ਜਾਣਾ ਹੈ, ਉਹਨਾਂ ਨੂੰ ਇਸ ਵਾਸਤੇ ਸਵੇਰੇ 7 ਵਜੇ ਤੋਂ 11 ਵਜੇ ਦੇ ਵਿਚਕਾਰ ਕਿਸੇ ਵੀ ਪਾਸ ਦੀ ਲੋੜ ਨਹੀਂ ਹੋਵੇਗੀ। ਉਹ ਇਹ ਦੁਕਾਨਾਂ ਤੱਕ ਜਾ ਸਕਦੇ ਹਨ, ਲੇਕਿਨ ਪੈਦਲ। ਉਹ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਗੱਡੀ ਦੀ ਵਰਤੋਂ ਨਹੀਂ ਕਰੇਗਾ। 7 ਵਜੇ ਤੋਂ 11 ਵਜੇ ਤੱਕ ਉਹ ਅਸੈਂਸ਼ੀਅਲ ਆਈਟਮਸ ਦੇ ਵਾਸਤੇ ਇਹਨਾਂ ਦੁਕਾਨਾਂ ਤੱਕ पैदल जा सकते हैं और अपने काम की चीज़ां जड़ियाँ हैं वो ले सकते हैं। तो कोई भी व्हीकल जो है वो इस पीरियड में हम अलाउ नहीं करेंगे टू एक्सेस दी असेंशियल सर्विसेज। ये दुकानदारों की निजी जिम्मेवारी होगी कि कोई भी सोशल डिस्टेंसिंग नॉर्म जिहड़ा हैगा वो वायलेट ना होवे। और लोगों को भी मैं ये बेनती करना चाहांगा कि एक फैमिली चों सिर्फ एक बंदा ही जिहड़ा हैगा वो बाहर निकले और वो भी प्रॉपरली अपने आप को मास्क करके बाहर निकले। बाहर निकलन तो बाद अपने काम की जिहड़ियां चीज़ां हैगियां वो लवे, सोशल डिस्टेंसिंग प्रॉपर मेनटेन करे। कर पुंजन तो बाद सब तो पहला अपने हाथों को चंगी तरह धोवे। जो भी सामान वो बाहरों लेके जाता है उन्होंने भी तवा के और फिर अंदर लेके जावे। प्रॉपरली हाइजीन और सफाई का ध्यान रखा जाए स्पेशल, क्योंकि जिवें बहुत सारे व्हाट्सएप जोक वगैरह चलते हैं कि ये बीमारी जिहड़ी हैगी वो तुहाडे घर नहीं आउंदी जब तक तुसीं बाहर नहीं जाते इस बीमारी को लैण वास्ते। ये बीमारी तुहाडे घरे नहीं आवेगी। तो इस करके इस चीज़ को ध्यान च रखना है कि जिहड़ी भी आइटम तुसीं बाहरों लैके अंदर जाते हो उसनों प्रॉपरली साफ सफाई जरूर कर लियो उसकी, जिस तो कि जे गलती नाल भी कोई वायरस या कोई होर चीज़ भी ये आ जाती है तो उन्हें प्रॉपरली साफ सफाई करके आप अपना सामान जिहड़ा हैगा वो लैके जाइए। हुण दूजियां दुकानां जिहड़ियां हैगियां उस दे वास्ते भी गवर्नमेंट वालों कुछ रिलैक्सेशन जिहड़ियां हैगियां वो दित्तियां गईयां हैं, वो भी मैं क्लीयर करना चाहांगा। ये दुकानां जिहड़ियां हैगियां 2 एरिया दे विच हो सकदियां। नंबर 1 तो हो सकती है वो दुकान रूरल एरिया दे विच और एक हो सकती है शहरी एरिया दे विच। तो रूरल एरिया दे विच जिहड़ियां दुकानां हैगियां उहदे उत्ते गवर्नमेंट वालों क्लैरिटी ये की गई है कि रूरल एरिया दे विच दुकानां जिहड़ियां हैगियां वो खुल सकदियां हन सवेरे 7 बजे तो 11 बजे के विचकार। और ये दुकानां केवल और केवल उस एरिया दे विच खुल सकदी, मतलब शॉपिंग मॉल जिहड़ा हैगा रूरल एरिया च जे कोई बनया होया तो उहदे अंदर इस तरह की दुकानां जिहड़ियां हैगियां वो परमिटेड नहीं होणगियां। सवेरे 7 बजे तो 11 बजे तक दुकानां जिहड़ियां हैगियां वो खुल सकदियां हन रूरल एरिया दे विच। और 7 बजे तो 11 बजे तक लोग जिहड़े हैंगे विदाउट एनी पास इन्हां दुकानां तक पैदल जाके अपना सामान लैके घरे वापस आ सकते हैं। और जिवें मैं पहला दस्सिया सीगा कि काइंडली किसी भी तरह की कोई भी इलीगल एक्टिविटी जिहड़ी हैगी वो ना की जाए कि कोई बंदा जिहड़ा हैगा इस बहाने 7 बजे तो 11 बजे के विचकार असेंशियल आइटम या कोई भी अपना जरूरत का आइटम लैण की थां ते आले दुआले अपने दोस्तों को मिलन चला गया। कुछ इस तरह की एक्टिविटियां जिहड़ियां हैगियां वो काइंडली ना कीतियां जाण, क्योंकि ये चीज़ां जे तुसीं करोगे तो बाद दे विच हो सकता सानूं सख्ती करनी पै जाए। तो असीं यही सिर्फ चाहुंदे हां कि तुहाडी फैसिलिटेशन करन वास्ते तुहानूं सहूलतां दे वास्ते ये चीज़ां जिहड़ियां हैगियां चालू करिए। ये दुकानां जिहड़ियां खुलणगियां रूरल एरिया दे विच ये भी सिर्फ और सिर्फ वो वाली दुकानां परमिटेड होणगियां जिहड़ियां कि समान बेचदियां हन। जिहड़ियां सर्विसिस वाली दुकानां हैगियां वो जिहड़ी दुकानां जिहड़ियां हैगियां अलाउ नहीं कीतियां जाणगियां। फॉर एग्जाम्पल जिवें बारबर शॉप हो गई, नाई की दुकान वगैरह हो गई, सैलून्स वगैरह हो गए, ये चीज़ां जिहड़ियां हैगियां वो अलाउ नहीं कीतियां जाणगियां।
ਤਾਂ ਉਹ ਦੁਕਾਨਾਂ ਜਿਹੜੀਆਂ ਕਿ ਕੋਈ ਸਾਮਾਨ ਵੇਚਦੀਆਂ ਹਨ, ਭਾਵੇਂ ਕਿਤਾਬ ਹੋਵੇ, ਸਟੇਸ਼ਨਰੀ ਹੋਵੇ, ਇਸ ਤਰ੍ਹਾਂ ਦੇ ਸਾਮਾਨ ਜਿਹੜੇ ਹੈਗੇ ਉਹ 7 ਵਜੇ ਤੋਂ 11 ਵਜੇ ਤੱਕ ਰੂਰਲ ਏਰੀਆ ਦੇ ਵਿੱਚ ਖੁੱਲ੍ਹ ਸਕਦੇ ਹਨ। ਔਰ ਲੋਕ ਜਿਹੜੇ ਹੈਗੇ ਵਿਦਆਊਟ ਐਨੀ ਪਾਸ ਉਹ ਦੁਕਾਨਾਂ ਤੋਂ ਆਪਣਾ ਸਾਮਾਨ ਜਿਹੜਾ ਹੈਗਾ ਲੈ ਕੇ ਆ ਸਕਦੇ ਹਨ। ਅਗੇਨ ਸੇਮ ਕੰਡੀਸ਼ਨਸ ਕਿ ਉਹਨਾਂ ਨੇ ਬਾਕਾਇਦਾ ਮਾਸਕ ਵਗੈਰਾ ਜਿਹੜਾ ਹੈਗਾ ਉਹ ਪਹਿਨਿਆ ਹੋਵੇ। ਲੋਕ ਜਿਹੜੇ ਘਰੋਂ ਬਾਹਰ ਨਿਕਲਦੇ ਆਪਣਾ ਸਰ, ਆਪਣਾ ਮੂੰਹ ਤੇ ਨੱਕ ਜਿਹੜੀ ਹੈਗੀ ਉਹਨਾਂ ਨੂੰ ਕਵਰ ਕਰਕੇ ਉਹਨਾਂ ਨੇ ਰੱਖਣਾ ਹੈਗਾ। ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈਗੀ। ਘਰੋਂ ਬਾਹਰ ਨਿਕਲਦੇ ਹੋ ਤਾਂ ਸਾਮਾਨ ਲੈ ਕੇ ਫਿਰ ਵਾਪਸ ਆਪਣੇ ਘਰੇ ਜਾਣਾ ਹੈਗਾ। ਔਰ ਇੱਕ ਘਰ ਚੋਂ ਇੱਕੋ ਹੀ ਬੰਦਾ ਜਿਹੜਾ ਹੈਗਾ ਉਹ ਬਾਹਰ ਨਿਕਲੇ, ਕਿਉਂਕਿ ਜੇ ਤੁਸੀਂ ਜ਼ਿਆਦਾ ਬੰਦੇ ਬਾਹਰ ਨਿਕਲੋਗੇ ਤਾਂ ਰਸ਼ ਹੋ ਜਾਊਗਾ ਔਰ ਸਾਰੇ ਕੇ ਸਾਰਾ ਪਰਪਸ ਜਿਹੜਾ ਹੈਗਾ ਸਾਡਾ ਉਹ ਡਿਫੀਟ ਹੋ ਜਾਊਗਾ। ਇਸ ਤੋਂ ਇਲਾਵਾ ਜਿਹੜੇ ਅਰਬਨ ਏਰੀਆ ਹੈਗੇ ਉਹਦੇ ਵਾਸਤੇ ਗਵਰਨਮੈਂਟ ਵੱਲੋਂ ਕੁਝ ਜ਼ਿਆਦਾ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਹਨ, ਕਿਉਂਕਿ ਅਰਬਨ ਏਰੀਆ ਦੇ ਵਿੱਚ ਰਸ਼ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜਲਦੀ ਹੋ ਜਾਂਦਾ ਹੈ। ਤਾਂ ਇਸ ਕਰਕੇ ਕੇਵਲ ਔਰ ਕੇਵਲ ਉਹ ਦੁਕਾਨਾਂ ਜਿਹੜੀਆਂ ਕਿ ਸਟੈਂਡ ਅਲੋਨ ਹੈਗੀਆਂ। ਸਟੈਂਡ ਅਲੋਨ ਦੁਕਾਨ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਸਿਰਫ ਔਰ ਸਿਰਫ ਇੱਕੋ ਹੀ ਦੁਕਾਨ ਹੈਗੀ, ਨਾ ਖੱਬੇ ਕੋਈ ਦੁਕਾਨ ਹੈਗੀ ਨਾ ਸੱਜੇ ਕੋਈ ਦੁਕਾਨ ਹੈਗੀ। ਤਾਂ ਜੇ ਕੋਈ ਦੁਕਾਨ ਇਸ ਤਰ੍ਹਾਂ ਦੀ ਹੈਗੀ ਜਿਹੜੀ ਕਿ ਇਕੱਲੀ ਦੁਕਾਨ ਹੈਗੀ, ਜਿਸ ਦੇ ਖੱਬੇ ਸੱਜੇ ਕੋਈ ਵੀ ਦੁਕਾਨ ਨਹੀਂ ਹੈ, ਇਸ ਤਰ੍ਹਾਂ ਦੀ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਖੁੱਲ੍ਹ ਸਕਦੀਆਂ ਹਨ। ਲੇਕਿਨ ਗੁੱਡਸ ਦੀ ਦੁਕਾਨ ਹੀ ਖੁੱਲ੍ਹ ਸਕਦੀ ਹੈ, ਸਰਵਿਸ ਦੀ ਦੁਕਾਨ ਦੇ ਵਾਸਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰਿਲੈਕਸੇਸ਼ਨ ਨਹੀਂ ਹੈਗੀ। ਤਾਂ ਜੋ ਦੁਕਾਨਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਕਿ ਸਟੈਂਡ ਅਲੋਨ ਹੈ, ਨਾ ਖੱਬੇ ਕੋਈ ਦੁਕਾਨ ਹੈ ਨਾ ਸੱਜੇ ਕੋਈ ਦੁਕਾਨ ਹੈ, ਇਸ ਤਰ੍ਹਾਂ ਦੀ ਦੁਕਾਨਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪਰਮਿਸ਼ਨ ਹੈਗੀ, ਉਹ ਦੁਕਾਨ ਜਿਹੜੀਆਂ ਹੈਗੀਆਂ ਉਹ ਖੁੱਲ੍ਹ ਸਕਦੀਆਂ ਹਨ। ਇਸ ਤੋਂ ਇਲਾਵਾ ਜਿਹੜੀਆਂ ਰੈਜ਼ੀਡੈਂਸ਼ੀਅਲ ਕੰਪਲੈਕਸਿਸ ਦੇ ਅੰਦਰ ਦੁਕਾਨਾਂ ਹੁੰਦੀਆਂ ਹਨ, ਉਹ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਖੁੱਲ੍ਹ ਸਕਦੀਆਂ ਹਨ। ਜਿਵੇਂ ਕਿ ਗੇਟਡ ਕਾਲੋਨੀ ਦੇ ਅੰਦਰ ਕੁਝ ਲੋਕ ਜਿਹੜੇ ਹੈਗੇ ਕੁਝ ਸਾਮਾਨ ਵਗੈਰਾ ਵੇਚਦੇ ਹਨ, ਉਹ ਦੁਕਾਨਾਂ ਜਿਹੜੀਆਂ ਹੈਗੀਆਂ ਖੁੱਲ੍ਹ ਸਕਦੀਆਂ ਹਨ। ਵੇੜੇ ਵਗੈਰਾ ਜਿਹੜੇ ਹੈਗੇ ਉੱਥੇ ਵੀ ਕੁਝ ਰਾਸ਼ਨ ਦੀ ਦੁਕਾਨਾਂ, ਸਿਲੰਡਰ ਭਰਨ ਵਾਲੇ ਦੀ ਦੁਕਾਨ, ਇੱਦਾਂ ਦੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਉਹ ਖੁੱਲ੍ਹ ਸਕਦੀਆਂ ਹਨ। ਲੇਕਿਨ ਦੁਕਾਨਾਂ ਜਿਹੜੀਆਂ ਕਿ ਮਾਰਕੀਟ ਕੰਪਲੈਕਸਿਸ ਦੇ ਵਿੱਚ, ਸ਼ਾਪਿੰਗ ਮਾਲਸ ਦੇ ਵਿੱਚ ਹੈਗੀਆਂ, ਉਹ ਦੁਕਾਨਾਂ ਜਿਹੜੀਆਂ ਹੈਗੀਆਂ ਹਾਲੇ ਨਹੀਂ ਖੁੱਲ੍ਹ ਸਕਦੀਆਂ। ਮਾਰਕੀਟ ਦੇ ਵਿੱਚ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਨਹੀਂ ਖੁੱਲ੍ਹ ਸਕਦੀਆਂ। ਤਾਂ ਮੈਂ ਦੁਬਾਰਾ ਇਸ ਤੋਂ ਇਲਾਵਾ ਇੱਕ ਥੋਕ ਮਾਰਕੀਟ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਇੰਸਟਰਕਸ਼ਨ ਦੇ ਰਹੇ ਹਾਂ ਕਿ 11 ਵਜੇ ਤੋਂ ਬਾਅਦ ਹੀ ਉਹ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਖੁੱਲ੍ਹਣਗੀਆਂ। 11 ਵਜੇ ਤੋਂ ਪਹਿਲਾਂ ਥੋਕੀ ਮਾਰਕੀਟ ਜਿਹੜੀ ਹੈਗੀ ਹੁਣ ਉਹ ਨਹੀਂ ਖੁੱਲ੍ਹੇਗੀ। ਰੈਸਟੋਰੈਂਟਸ ਨਹੀਂ ਖੁੱਲ੍ਹਣਗੇ, ਲਿਕਰ ਸ਼ਾਪਸ, ਅਹਾਤੇ, ਇਵੈਂਟਸ ਜਿਹੜੇ ਹੈਗੇ ਉਹ ਨਹੀਂ ਖੁੱਲ੍ਹਣਗੇ। ਇਸ ਤੋਂ ਇਲਾਵਾ ਅਸੀਂ ਇੱਕ ਫੈਸਿਲਿਟੀ ਜਿਹੜੀ ਹੈਗੀ ਉਹ ਦੇ ਰਹੇ ਹਾਂ ਕਿ ਜੇ ਕਿਸੇ ਮਾਰਕੀਟ ਨੂੰ ਇੰਜ ਜਾਪਦਾ ਹੈ ਕਿ ਉਹ ਇਸ ਕੈਟੇਗਰੀ, ਇਸ ਗਾਈਡਲਾਈਨ ਦੇ ਵਿੱਚ ਕਵਰ ਹੁੰਦੇ ਹਨ, ਤਾਂ ਉਹ ਮਾਰਕੀਟ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਉਹ ਨੰਬਰ 1 ਤਾਂ ਮੈਂ ਇਹ ਕਲੀਅਰ ਕਰਨਾ ਚਾਹਾਂਗਾ ਕਿ ਜਿਹੜੀ ਵੀ ਮਾਰਕੀਟ 2 ਫਲੋਰ ਵਗੈਰਾ ਦੀ ਹੈਗੀ ਉਹ ਕਿਸੇ ਵੀ ਤਰੀਕੇ ਨਾਲ ਕਵਰ ਇਸ ਦੇ ਵਿੱਚ ਨਹੀਂ ਹੁੰਦੀ। ਜਿਹੜੇ ਸ਼ਾਪਿੰਗ ਮਾਲਸ ਹੈਗੇ ਉਹ ਇਸ ਦੇ ਵਿੱਚ ਕਵਰ ਬਿਲਕੁਲ ਨਹੀਂ ਹੁੰਦੇ। ਲੇਕਿਨ ਜੇ ਕੋਈ ਮਾਰਕੀਟ ਇਹੋ ਜਿਹੀ ਹੈਗੀ ਜਿੱਥੇ ਕਿ ਦੁਕਾਨਦਾਰਾਂ ਨੂੰ ਜਾਂ ਮਾਰਕੀਟ ਐਸੋਸੀਏਸ਼ਨ ਨੂੰ ਇੱਦਾਂ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਮਾਰਕੀਟ ਹੈਗੀ ਆ, ਉਹਨਾਂ ਦੀ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਇਹਨਾਂ ਗਾਈਡਲਾਈਨਸ ਦੇ ਅੰਦਰ ਕਵਰ ਹੁੰਦੀਆਂ ਹਨ, ਤਾਂ ਉਹਦੇ ਵਾਸਤੇ ਅਸੀਂ ਇੱਕ 2 ਮੈਂਬਰੀ ਕਮੇਟੀ ਜਿਹੜੀ ਹੈਗੀ ਉਹ ਬਣਾਈ ਹੈਗੀ। ਬਾਕੀ ਸਾਰੇ ਸਬ ਡਿਵੀਜ਼ਨਾਂ ਦੇ ਵਾਸਤੇ ਮਿਊਨਿਸਪਲ ਕਮੇਟੀ ਏਰੀਆ ਜਿਹੜੇ ਹੈਗੇ ਉਹਦੇ ਵਾਸਤੇ ਕੰਸਰਨਡ SDM ਤੇ DSP ਜਿਹੜੇ ਹੈਗੇ ਉਹਨਾਂ ਦੇ ਕੋਲ ਉਹ ਮਾਰਕੀਟ ਐਸੋਸੀਏਸ਼ਨ ਆਪਣੀ ਐਪਲੀਕੇਸ਼ਨ ਜਿਹੜੀ ਹੈਗੀ ਉਹ ਦੇ ਸਕਦੇ ਆ, ਜਿਹਦੇ ਵਿੱਚ ਉਹ ਪੂਰੇ ਮਾਰਕੀਟ ਦਾ ਨਕਸ਼ਾ ਬਣਾ ਕੇ ਉਸ ਪ੍ਰੋਪਰਲੀ ਉਹਦੇ ਵਿੱਚ कौन सी दुकान हैगी, किस चीज़ की वो दुकान है और उसका मालिक कौन है, ये सारी डिटेल जी हैगी लिख के और वो की प्रपोज करते हैं, उसका की रोस्टर प्रपोज करते हैं कि किहड़ी दुकान वो किहड़ी तारीख को खोलना चाहते हैं। तो इस तरह की डिटेल बना के वो सबमिट कर सकते हैं। जे बाकी 10 शहर हैगे अपने उन्होंने वास्ते अपने SDMs नूं दे सकते हैं इस तरह की एप्लीकेशनस, और जे लुधियाना कॉरपोरेशन एरिया हैगा वो वास्ते ਅਸੀਂ 2 ਮੈਂਬਰੀ ਕਮੇਟੀ ਬਣਾਈ ਹੈਗੀ। ADC ਜਗਰਾਉਂ ਮੈਡਮ ਨੀਰੂ ਕਤਿਆਲ ਗੁਪਤਾ ਤੇ DCP ਲਾਅ ਐਂਡ ਆਰਡਰ ਅਸ਼ਵਨੀ ਕਪੂਰ ਜੀ ਨੂੰ ਅਸੀਂ ਉਸ ਦਾ ਮੈਂਬਰ ਬਣਾਇਆ ਹੈ। ਇਹ ਦੋਨੋਂ ਲੋਕ ਮਿਲ ਕੇ ਇਸ ਦਾ ਫਾਈਨਲੀ ਫੈਸਲਾ ਕਰਾਂਗੇ ਕਿ ਕਿਹੜੀ ਦੁਕਾਨ ਜਿਹੜੀ ਹੈਗੀ ਉਹ ਇਹਨਾਂ ਮਾਰਕੀਟ ਵਿੱਚੋਂ ਖੁੱਲ੍ਹ ਸਕਦੀਆਂ ਹਨ। ਬਟ ਐਜ਼ ਆਫ ਨਾਓ ਅਸੀਂ ਸਿਰਫ ਔਰ ਸਿਰਫ ਸ਼ਹਿਰ ਦੇ ਵਿੱਚ ਅਸੈਂਸ਼ੀਅਲ ਆਈਟਮਸ ਦੀ ਦੁਕਾਨਾਂ ਜਿਨ੍ਹਾਂ ਨੂੰ ਅਸੀਂ ਆਲਰੇਡੀ ਲਾਇਸੈਂਸ ਜਾਂ ਪਰਮਿਸ਼ਨ ਦੇ ਚੁੱਕੇ ਹਾਂ, ਅਸੀਂ ਉਹਨਾਂ ਨੂੰ ਅਲਾਉ ਕਰ ਰਹੇ ਹਾਂ। ਔਰ ਉਹ ਦੁਕਾਨਾਂ ਜਿਹੜੀਆਂ ਕਿ ਸਟੈਂਡ ਅਲੋਨ ਹੈਗੀਆਂ, ਜਿਨ੍ਹਾਂ ਦੇ ਖੱਬੇ ਸੱਜੇ ਕਿਸੇ ਵੀ ਤਰ੍ਹਾਂ ਦੀ ਦੁਕਾਨ ਨਹੀਂ ਹੈਗੀ, ਉਹਨਾਂ ਨੂੰ ਅਸੀਂ ਅਲਾਉ ਕਰ ਰਹੇ ਹਾਂ। ਔਰ ਜਿਹੜੇ ਗੇਟਡ ਕੰਪਲੈਕਸ, ਗੇਟਡ ਕਾਲੋਨੀਆਂ ਦੇ ਅੰਦਰ ਜਿਹੜੀਆਂ ਦੁਕਾਨਾਂ ਹੈਗੀਆਂ ਅਸੀਂ ਸਿਰਫ ਉਹਨਾਂ ਨੂੰ ਅਲਾਉ ਕਰ ਰਹੇ ਹਾਂ। ਇਸ ਤੋਂ ਇਲਾਵਾ ਹੋਰ ਕਿਸੇ ਦੁਕਾਨ ਨੂੰ ਅਸੀਂ ਅਲਾਉ ਨਹੀਂ ਕਰ ਰਹੇ ਹਾਂ। ਜੇ ਕਿਸੇ ਨੂੰ ਇੰਜ ਜਾਪਦਾ ਹੈਗਾ ਕਿ ਉਹਨਾਂ ਦੀ ਦੁਕਾਨ ਜਿਹੜੀ ਹੈਗੀ ਇਸ ਦੇ ਵਿੱਚ ਜਾਂ ਉਹਨਾਂ ਦਾ ਮਾਰਕੀਟ ਜਿਹੜਾ ਹੈਗਾ ਇਹਦੇ ਵਿੱਚ ਕਵਰ ਹੁੰਦਾ ਹੈ,
ਤਾਂ ਇਨ ਦੈਟ ਕੇਸ ਉਹ ਆਪਣੀ ਐਪਲੀਕੇਸ਼ਨ ਜਿਹੜੀ ਹੈਗੀ ਇਹਨਾਂ ਟੀਮਾਂ ਦੇ ਸਾਹਮਣੇ ਦੇ ਸਕਦੇ ਆ। ਉਹਨਾਂ ਨੂੰ ਦੇਖ ਕੇ ਔਰ ਗਵਰਨਮੈਂਟ ਵੱਲੋਂ ਜੋ ਡਾਇਰੈਕਸ਼ਨਸ ਆਈਆਂ ਹੈਗੀਆਂ ਉਸ ਦੇ ਮੁਤਾਬਿਕ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਵਾਂਗੇ ਜਾਂ ਉਹਨਾਂ ਦੀ ਐਪਲੀਕੇਸ਼ਨ ਦਾ ਨਿਪਟਾਰਾ ਜਿਹੜਾ ਹੈਗਾ ਉਹ ਕਰਾਂਗੇ। ਮੈਂ ਸਾਰਿਆਂ ਨੂੰ ਫਿਰ ਇੱਕ ਵਾਰ ਬੇਨਤੀ ਕਰਨਾ ਚਾਹਾਂਗਾ ਕਿ ਇਹ ਜਿਹੜੀ ਰਿਲੈਕਸੇਸ਼ਨ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ ਉਹ ਇਸ ਕਰਕੇ ਦਿੱਤੀ ਜਾ ਰਹੀ ਹੈ ਕਿ ਅਸੀਂ ਸਾਰੇ ਕੇ ਸਾਰੇ ਲੋਕ ਜਿਹੜੇ ਹੈਗੇ ਉਹਨਾਂ ਦੇ ਡਿਸਪਲਿਨ ਜਿਹੜਾ ਹੈਗਾ ਪਿਛਲੇ 1.5 ਮਹੀਨੇ ਦਾ ਸਰਕਾਰ ਵੱਲੋਂ ਦੇਖਿਆ ਹੈਗਾ ਕਿ ਲੋਕਾਂ ਨੇ ਕਾਫੀ ਸਰਕਾਰ ਦੇ ਡਿਸੀਜਨਾਂ ਨੂੰ ਸਪੋਰਟ ਕੀਤਾ ਹੈਗਾ ਔਰ ਉਸ ਦੇ ਮੁਤਾਬਿਕ ਹੀ ਅਸੀਂ ਕਾਫੀ ਹੱਦ ਤੱਕ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਿੱਚ ਸਫਲ ਹੋਏ ਨੇ। ਤਾਂ ਅਸੀਂ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਦੇਖਣਾ ਚਾਹੁੰਦੇ ਹਾਂ ਕਿ ਲੋਕ ਜਿਹੜੇ ਹੈਗੇ ਅੱਗੇ ਵੀ ਜਿਹੜੀ ਇਹ ਰਿਲੈਕਸੇਸ਼ਨ ਮਿਲਦੀ ਹੈ ਜਿਹਨਾਂ ਨੂੰ ਅਸੀਂ ਪਾਰਸ਼ੀਅਲ ਰਿਲੈਕਸੇਸ਼ਨ ਕਹਿ ਰਹੇ ਹਾਂ ਉਹਨਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਾਂਗੇ। ਲੋਕ ਜਿਹੜੇ ਹੈਗੇ 7 ਵਜੇ ਤੋਂ 11 ਵਜੇ ਦੇ ਵਿਚਕਾਰ ਹੀ ਬਾਹਰ ਨਿਕਲਾਂਗੇ, ਕੇਵਲ ਉਹ ਵੀ ਤਦ ਨਿਕਲਾਂਗੇ ਜਦ ਉਹਨਾਂ ਨੂੰ ਜ਼ਰੂਰਤ ਹੋਵੇ। ਬੇਫਾਲਤੂ ਕੰਮਾਂ ਦੇ ਵਾਸਤੇ ਬਾਹਰ ਨਹੀਂ ਨਿਕਲਾਂਗੇ ਔਰ ਇਸ ਤੋਂ ਇਲਾਵਾ ਇੱਕ ਘਰ ਚੋਂ ਕੇਵਲ ਇੱਕ ਬੰਦਾ ਹੀ ਜਿਹੜਾ ਹੈਗਾ ਉਹ ਬਾਹਰ ਨਿਕਲ ਕੇ ਆਪਣਾ ਐਸੈਂਸ਼ੀਅਲ ਆਈਟਮਸ ਜਾਂ ਜੋ ਵੀ ਆਈਟਮਸ ਉਹਨਾਂ ਨੂੰ ਲੋੜੀਂਦੇ ਹੈਗੇ ਉਹ ਆਈਟਮ ਜਿਹੜੇ ਹੈਗੇ ਲੈਣ ਵਾਸਤੇ ਬਾਹਰ ਨਿਕਲਾਂਗੇ। ਕਿਸੇ ਵੀ ਥਾਂ ਤੇ ਕੋਈ ਵੀ ਇਕੱਠ ਜਿਹੜਾ ਹੈਗਾ ਉਹ ਨਹੀਂ ਕੀਤਾ ਜਾਵੇਗਾ। ਇਹ ਸ਼ਾਪਕੀਪਰਸ ਦੀ ਰਿਸਪੌਂਸਿਬਿਲਿਟੀ ਹੋਵੇਗੀ ਕਿ ਉਹ ਬਾਕਾਇਦਾ ਇਹ ਜ਼ਰੂਰ ਚੈੱਕ ਕਰਨ ਕਿ ਉਹਨਾਂ ਦੀ ਦੁਕਾਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਰਸ਼ ਨਾ ਹੋਵੇ। ਜੇ ਕਿਤੇ ਰਸ਼ ਹੁੰਦਾ ਹੈ ਤਾਂ ਪ੍ਰੋਪਰਲੀ ਉਹਨਾਂ ਨੂੰ ਗੋਲੇ ਵਗੈਰਾ ਲਗਾ ਕੇ 2-2 ਮੀਟਰ ਦੀ ਡਿਸਟੈਂਸ ਤੇ ਲੋਕਾਂ ਨੂੰ ਖੜਾਉਣਗੇ ਔਰ ਜੇ ਕੋਈ ਦੁਕਾਨਦਾਰ ਇਹਨਾਂ ਦੀ ਵਾਇਲੇਸ਼ਨ ਕਰਦਾ ਹੋਇਆ ਮਿਲੇਗਾ ਤਾਂ ਹੋ ਸਕਦਾ ਉਸ ਦੀ ਲਾਇਸੈਂਸ ਜਿਹੜਾ ਹੈਗਾ ਅਸੀਂ ਕੈਂਸਲ ਕਰ ਦਿੱਤਾ ਜਾਵੇ। ਲੋਕ ਜਿਹੜੇ ਹੈਗੇ ਬਾਹਰ ਵਹੀਕਲ ਬਿਲਕੁਲ ਲੈ ਕੇ ਨਾ ਨਿਕਲਣ। 7 ਵਜੇ ਤੋਂ 11 ਵਜੇ ਦੇ ਵਿਚਕਾਰ ਕੇਵਲ ਪੈਦਲ ਬਾਹਰ ਨਿਕਲਣਗੇ। ਜੇ ਕੋਈ ਵਹੀਕਲ ਤੋਂ ਨਿਕਲੂਗਾ ਤਾਂ ਫਿਰ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਅੰਟਿਲ ਅਨਲੈਸ ਕਿ ਇਟ ਇਜ਼ ਵੈਰੀ ਅਰਜੈਂਟ ਇਮਰਜੈਂਟ ਉਦੋਂ ਤੱਕ ਅਸੀਂ ਇਹ ਜਿਹੜੀ ਚੀਜ਼ਾਂ ਹੈਗੀਆਂ ਨਾ ਕਰਨ। ਪੁਲਿਸ ਵੱਲੋਂ ਲਗਾਤਾਰ ਸਾਰੇ ਏਰੀਆ ਜਿਹੜੇ ਹੈਗੇ ਪੈਟਰੋਲਿੰਗ ਕੀਤੀ ਜਾਵੇਗੀ। ਹਰ ਇੱਕ ਮਾਰਕੀਟ ਨੂੰ ਹਰ ਇੱਕ ਥਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇਗਾ। ਜੇ ਕੋਈ ਵੀ ਵਾਇਲੇਸ਼ਨ ਇਹਦੇ ਵਿੱਚ ਮਿਲੇਗਾ ਤਾਂ ਸਖਤ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾ ਸਕਦੀ ਹੈ। ਮੈਂ ਇੱਕ ਵਾਰ ਫਿਰ ਚूँकि ਕਾਫੀ ਸਾਰੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਸਮਰਾਈਜ਼ ਕਰਨਾ ਚਾਹਾਂਗਾ ਕਿ ਨੰਬਰ 1 ਇੰਡਸਟਰੀਜ਼ ਨੂੰ ਹੁਣ ਕੋਈ ਵੀ ਪਰਮਿਸ਼ਨ ਦੀ ਲੋੜ ਨਹੀਂ ਹੈ। ਸੈਲਫ ਡਿਕਲੇਰੇਸ਼ਨ ਉਹਨਾਂ ਨੇ ਅਪਲੋਡ ਕਰਨਾ ਹੈ ਚਲਾਉਣ ਦੇ ਵਾਸਤੇ, ਲੇਕਿਨ ਲੇਬਰ ਔਰ ਆਪਣੇ ਮੈਨੇਜਮੈਂਟ ਦੇ ਮੂਵਮੈਂਟ ਦੇ ਵਾਸਤੇ ਉਹਨਾਂ ਨੂੰ ਪਾਸਿਸ ਦੀ ਲੋੜ ਹੈ। ਬਲਕ ਪਾਸਿਸ ਜਿਹੜੇ ਹੈਗੇ ਉਹ ਲੇਬਰ ਦੇ ਵਾਸਤੇ ਲਏ ਜਾ ਸਕਦੇ ਹਨ GMDIC ਦਫ਼ਤਰੋਂ ਔਰ ਮੈਨੇਜਮੈਂਟ ਤੇ ਓਨਰਸ ਦੇ ਵਾਸਤੇ ਪਾਸ ਜਿਹੜੇ ਹੈਗੇ ਉਹ ਵੀ GMDIC ਦਫ਼ਤਰੋਂ ਮਿਲ ਜਾਣਗੇ। ਪਾਸ ਦੀ ਜਿਹੜੀ ਆਪਣੀ ਲਿੰਕ ਹੈਗੀ ਉਸ ਦੇ ਉੱਤੇ ਅਪਲਾਈ ਕਰਕੇ ਲੋਕ ਜਿਹੜੇ ਹੈਗੇ ਆਪਣਾ ਪਾਸ ਬਣਵਾ ਸਕਦੇ ਆ। ਇਸ ਤੋਂ ਇਲਾਵਾ ਕੰਸਟਰਕਸ਼ਨ ਦੇ ਵਾਸਤੇ ਰੂਰਲ ਏਰੀਆ ਦੇ ਵਿੱਚ ਕੋਈ ਵੀ ਪ੍ਰੋਜੈਕਟ ਜਿਹੜਾ ਹੈਗਾ ਉਹ ਚਾਲੂ ਕੀਤਾ ਜਾ ਸਕਦਾ ਹੈ। ਅਰਬਨ ਏਰੀਆ ਦੇ ਵਿੱਚ ਸਿਰਫ ਔਰ ਸਿਰਫ ਜਿਹੜੇ ਪ੍ਰੋਜੈਕਟ ਆਲਰੇਡੀ ਚਾਲੂ ਸੀਗੇ ਔਰ ਜਿਹੜੀ ਲੇਬਰ ਨੂੰ ਆਪਣੀ ਸਾਈਟ ਦੇ ਉੱਤੇ ਉਹ ਬੰਦੇ ਰੱਖ ਸਕਦੇ ਹਨ, ਕੇਵਲ ਔਰ ਕੇਵਲ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਹੈਗੇ ਉਹ ਅਲਾਉ ਕੀਤੇ ਜਾਣਗੇ। ਸ਼ਾਪਸ ਦੇ ਵਾਸਤੇ ਜਿਹੜੀ ਆਲਰੇਡੀ ਅਪਰੂਵਡ ਸ਼ਾਪਸ ਹੈਗੀਆਂ ਜਾਂ ਜਿਨ੍ਹਾਂ ਨੂੰ ਅਸੀਂ ਆਲਰੇਡੀ ਪਰਮਿਸ਼ਨਾਂ ਦੇ ਚੁੱਕੇ ਹਾਂ ਅਸੈਂਸ਼ੀਅਲ ਆਈਟਮਸ ਦੇ ਵਾਸਤੇ, ਉਹ ਸ਼ਾਪਸ ਜਿਹੜੀਆਂ ਹੈਗੀਆਂ ਹੁਣ ਸਵੇਰੇ 7 ਵਜੇ ਤੋਂ 11 ਵਜੇ ਤੱਕ ਆਪਣੀ ਦੁਕਾਨਾਂ ਜਿਹੜੀਆਂ ਹੈਗੀਆਂ ਕਾਊਂਟਰ ਸੇਲ ਦੇ ਵਾਸਤੇ ਖੋਲ੍ਹ ਸਕਦੀਆਂ ਹਨ। ਘਰੋਂ ਇੱਕ ਬੰਦਾ ਜਿਹੜਾ ਹੈਗਾ ਬਾਹਰ ਨਿਕਲ ਕੇ ਜਾ ਸਕਦਾ ਹੈ। ਕੋਈ ਵੀ ਵਹੀਕਲ ਔਰ ਮੂਵਮੈਂਟ ਜਿਹੜਾ ਹੈਗਾ ਉਹ ਚਾਲੂ ਅਲਾਉ ਨਹੀਂ ਕੀਤਾ ਜਾਵੇਗਾ। 11 ਵਜੇ ਤੋਂ ਬਾਅਦ ਹੋਮ ਡਿਲੀਵਰੀ ਕੀਤੀ ਜਾ ਸਕਦੀ ਹੈ ਇਹਨਾਂ ਦੁਕਾਨਾਂ ਤੋਂ ਅਸੈਂਸ਼ੀਅਲ ਆਈਟਮਸ ਨੂੰ ਜਿਨ੍ਹਾਂ ਨੂੰ ਪਰਮਿਸ਼ਨ ਆਲਰੇਡੀ ਦਿੱਤੀ ਹੋਈ ਹੈ। ਔਰ ਰੂਰਲ ਏਰੀਆ ਦੇ ਵਿੱਚ ਕੋਈ ਵੀ ਸ਼ਾਪਿੰਗ ਕੰਪਲੈਕਸ ਤੋਂ ਇਲਾਵਾ ਸਾਰੀ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਖੁੱਲ੍ਹ ਸਕਦੀਆਂ ਹਨ, ਲੇਕਿਨ ਸ਼ਾਪਿੰਗ ਕੰਪਲੈਕਸ ਦੇ ਵਿੱਚ ਕੋਈ ਵੀ ਦੁਕਾਨ ਨਹੀਂ ਖੁੱਲ੍ਹ ਸਕਦੀ। ਗੁੱਡਸ ਦੀ ਦੁਕਾਨਾਂ ਖੁੱਲ੍ਹਣਗੀਆਂ, ਸਰਵਿਸਿਜ਼ ਦੀ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਸ਼ਹਿਰ ਦੇ ਵਿੱਚ ਜਿਹੜੀ ਸਟੈਂਡ ਅਲੋਨ ਸ਼ਾਪਸ ਹੈਗੀਆਂ ਯਾਨੀ ਕਿ ਜਿਨ੍ਹਾਂ ਦੇ ਖੱਬੇ ਸੱਜੇ ਕੋਈ ਦੁਕਾਨ ਨਹੀਂ ਹੁੰਦੀ, ਇਸ ਤਰ੍ਹਾਂ ਦੀ ਦੁਕਾਨਾਂ ਅਲਾਉ ਕਰ ਰਹੇ ਹਾਂ ਆਪਾਂ। ਜਿਹੜੇ ਰੈਜ਼ੀਡੈਂਸ਼ੀਅਲ ਕੰਪਲੈਕਸਿਸ ਦੇ ਅੰਦਰ ਦੁਕਾਨਾਂ ਹੈਗੀਆਂ ਉਹਨਾਂ ਨੂੰ ਅਲਾਉ ਕਰ ਰਹੇ ਹਾਂ। ਬਾਕੀ ਮਾਰਕੀਟ ਕੰਪਲੈਕਸ ਤੇ ਸ਼ਾਪਿੰਗ ਮਾਲਸ ਦੇ ਵਿੱਚ ਹਾਲੇ ਆਪਾਂ ਕੋਈ ਵੀ ਦੁਕਾਨ ਨੂੰ ਪਰਮਿਸ਼ਨ ਅਸੀਂ ਨਹੀਂ ਦੇ ਰਹੇ ਹਾਂ, ਕੋਈ ਵੀ ਦੁਕਾਨ ਅਲਾਉਡ ਨਹੀਂ ਹੈਗੀ। ਥੋਕ ਮਾਰਕੀਟ ਵਾਲੀ ਦੁਕਾਨਾਂ ਜਿਹੜੀਆਂ ਹੈਗੀਆਂ ਉਹ 11 ਵਜੇ ਤੋਂ ਬਾਅਦ ਖੁੱਲ੍ਹਣਗੀਆਂ ਔਰ ਕੇਵਲ ਗੁੱਡਸ ਦੀ ਦੁਕਾਨਾਂ ਜਿਹੜੀਆਂ ਕਿ ਪਰਮਿਸ਼ਨ ਦੇ ਵਿੱਚ ਵੀ ਸਿਰਫ ਔਰ ਸਿਰਫ ਉਹਨਾਂ ਦੁਕਾਨਾਂ ਨੂੰ ਪਰਮਿਸ਼ਨ ਹੈਗੀ ਜਿਨ੍ਹਾਂ ਜੋ ਕਿ ਗੁੱਡਸ ਦੇ ਨਾਲ ਯਾਨੀ ਆਈਟਮਸ ਸੇਲ ਪਰਚੇਜ ਕਰਦੇ ਹਨ, ਉਹ ਵਾਲੇ ਦੁਕਾਨਾਂ ਹੀ ਅਲਾਉ ਕੀਤੀਆਂ ਜਾਣਗੀਆਂ। ਸਰਵਿਸਿਜ਼ ਵਾਲੀ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਅਲਾਉ ਨਹੀਂ ਕੀਤੀਆਂ ਜਾਣਗੀਆਂ। ਨਾ ਕੋਈ ਮਸਾਜ ਸੈਂਟਰ, ਨਾ ਕੋਈ ਸੈਲੂਨ, ਨਾ ਕੋਈ ਬਾਰਬਰ, ਕੋਈ ਵੀ ਅਲਾਉ ਨਹੀਂ ਕੀਤਾ ਜਾਵੇਗਾ। ਰੈਸਟੋਰੈਂਟ ਔਰ ਸ਼ਰਾਬ ਦੀ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਅਲਾਉ ਨਹੀਂ ਕੀਤੀਆਂ।